ਹੈਲੋ ਡੀਅਰ ਸਟੂਡੈਂਟਸ, ਅੱਜ ਅਸੀਂ ਪੋਲੀਮਰ ਪ੍ਰੋਡਕਟ ਡਿਜ਼ਾਈਨ ਦੇ ਸੈਕੰਡ ਟੌਪਿਕ ਬਾਰੇ ਡਿਸਕਸ ਕਰਾਂਗੇ, ਜਿਹਦੇ ਵਿੱਚ ਇੰਪ੍ਰੈਸ਼ਨ, ਕੋਰ ਕੈਵਿਟੀ ਐਂਡ ਦੀਆਂ ਟਾਈਪਸ, ਬੂਸਟਰ ਪਲੇਟਸ ਐਂਡ ਦੀਆਂ ਟਾਈਪਸ ਕੀ ਹੁੰਦੀਆਂ ਨੇ। ਇੰਪ੍ਰੈਸ਼ਨ ਕੀ ਚੀਜ਼ ਹੁੰਦੀ ਆ, ਕੋਰ ਕੈਵਿਟੀ ਕੀ ਹੁੰਦੀ ਆ, ਕਿੰਨੇ ਟਾਈਪਸ ਦੀਆਂ ਕੋਰ ਕੈਵਿਟੀਜ਼ ਨੇ, ਬੂਸਟਰ ਪਲੇਟਸ ਕਿਉਂ ਆਪਾਂ ਯੂਜ਼ ਕਰਦੇ ਹਾਂ ਮੋਲਡ ਦੇ ਵਿੱਚ, ਅਤੇ ਉਹਨਾਂ ਦੀਆਂ ਕਿੰਨੀਆਂ ਟਾਈਪਸ ਨੇ। ਠੀਕ ਹੈ। ਸੋ ਫਸਟ ਆਫ ਆਲ ਅਗਰ ਆਪਾਂ ਇੰਪ੍ਰੈਸ਼ਨ ਦੀ ਗੱਲ ਕਰੀਏ, ਇੰਪ੍ਰੈਸ਼ਨ ਕੀ ਚੀਜ਼ ਹੈ। ਇੰਪ੍ਰੈਸ਼ਨ ਉਹ ਸਪੇਸ ਹੈ, ਉਹ ਜਗ੍ਹਾ ਹੈ ਜਿਹਦੇ ਵਿੱਚ ਸਾਡੇ ਮਟੀਰੀਅਲ ਨੇ, ਸਾਡਾ ਜਿਹੜਾ ਪਲਾਸਟਿਕ ਮਟੀਰੀਅਲ ਹੋਗਾ, ਜਿਹੜਾ ਮੈਲਟਡ ਫਾਰਮ ਦੇ ਵਿੱਚ ਮੋਲਡ ਦੇ ਵਿੱਚ ਆਉਂਦਾ ਅਤੇ ਉਸ ਜਗ੍ਹਾ ਦੇ ਵਿੱਚ ਫਿਲ ਹੁੰਦਾ। ਇੰਪ੍ਰੈਸ਼ਨ ਦਾ ਮਤਲਬ ਹੈ ਕਿ ਜਿਹੜੀ ਸਾਡੀ ਕੋਰ ਕੈਵਿਟੀ ਦੀ ਸ਼ੇਪ ਹੈ, ਉਹਨੇ ਜੋ ਫਾਰਮ ਲੈਣੀ ਹੈ, ਸਾਡੀ ਜਿਹੜੀ ਕੋਰ ਕੈਵਿਟੀ ਦੇ ਵਿੱਚ ਜਿਹੜੀ ਸਪੇਸ ਕ੍ਰੀਏਟ ਹੋਏਗੀ, ਜਿਹੜਾ ਮਟੀਰੀਅਲ ਫਿਲ ਹੋਏਗਾ, ਜਿਹੜਾ ਉਹਦੇ 'ਤੇ ਇੰਪ੍ਰੈਸ਼ਨ ਪਏਗਾ ਕੋਰ ਕੈਵਿਟੀ ਦਾ, ਆਪਾਂ ਉਹਨੂੰ ਇੰਪ੍ਰੈਸ਼ਨ ਕਿਹਾ ਗਿਆ ਉਸ ਚੀਜ਼ ਨੂੰ, ਜਿਹਦੇ ਵਿੱਚ ਮਟੀਰੀਅਲ ਨੇ ਜਦੋਂ ਸੋਲੀਡੀਫਾਈ ਹੋਣਾ, ਠੰਡਾ ਹੋਣਾ, ਅਤੇ ਸਾਡਾ ਕੰਪੋਨੈਂਟ ਨੇ ਕ੍ਰੀਏਟ ਹੋਣਾ। ਓਕੇ। ਸੋ ਸਟੂਡੈਂਟਸ, ਮੋਲਡ ਇੱਕ ਅਲੱਗ ਚੀਜ਼ ਹੈ, ਇੰਜੈਕਸ਼ਨ ਮੋਲਡਿੰਗ ਮਸ਼ੀਨ ਇੱਕ ਅਲੱਗ ਚੀਜ਼ ਹੈ। ਇਸ ਚੀਜ਼ ਨੂੰ ਸਮਝ ਲੈਣਾ ਚਾਹੀਦਾ ਤੁਹਾਨੂੰ ਕਿ ਅਸੀਂ ਮੋਲਡ ਨੂੰ ਮੈਨੂਫੈਕਚਰ ਕਰਕੇ, ਕ੍ਰੀਏਟ ਕਰਕੇ ਮਸ਼ੀਨਸ 'ਤੇ, ਅਸੀਂ ਇੰਜੈਕਸ਼ਨ ਮੋਲਡਿੰਗ ਮਸ਼ੀਨ 'ਤੇ ਅਸੀਂ ਫਿੱਟ ਕਰਦੇ ਹਾਂ ਉਹਨੂੰ, ਅਸੀਂ ਉਹਨੂੰ ਉੱਥੇ ਉਹਦੇ ਵਿੱਚ ਅਸੀਂ ਵਿਦ ਦਾ ਹੈਲਪ ਆਫ ਬੋਲਟਸ ਦੇ ਨਾਲ ਆਪਾਂ ਉਹਨੂੰ ਫਿੱਟ ਕਰਦੇ ਹਾਂ। ਫਿਰ ਦੈਨ ਸਾਨੂੰ ਜਿੱਦਾਂ ਦੀ ਸ਼ੇਪ ਚਾਹੀਦੀ ਹੋਏਗੀ, ਉੱਦਾਂ ਦੀ ਸ਼ੇਪ ਅਸੀਂ ਉਸ ਮੋਲਡ ਦੇ ਵਿੱਚ ਕ੍ਰੀਏਟ ਕਰਕੇ ਉਹਨੂੰ ਆਪਾਂ ਫਿੱਟ ਕਰਕੇ ਇੰਜੈਕਸ਼ਨ ਕਰਵਾ ਦੇਣੀ, ਅਤੇ ਜਿਸ ਤਰ੍ਹਾਂ ਦੀ ਸਾਨੂੰ ਸ਼ੇਪ ਕੋਰ ਕੈਵਿਟੀ ਦੀ ਸ਼ੇਪ ਹੋਏਗੀ, ਉਸ ਤਰ੍ਹਾਂ ਦੀ ਸਾਨੂੰ ਸ਼ੇਪ ਕੰਪੋਨੈਂਟ ਦੀ ਮਿਲ ਜਾਣੀ। ਸੋ ਇੰਪ੍ਰੈਸ਼ਨ ਬੇਸਿਕਲੀ ਮੀਨਸ ਇਹੀ ਹੈ ਕਿ ਜਿਹੜਾ ਸਾਡਾ ਕੋਰ ਅਤੇ ਕੈਵਿਟੀ, ਕੋਰ ਟਰਮ ਜਿਹੜੀ ਮੈਂ ਬਾਰ-ਬਾਰ ਯੂਜ਼ ਕਰ ਰਿਹਾ, ਦਾ ਮਤਲਬ ਹੈਗਾ ਕਿ ਜਿਹੜਾ ਸਾਡਾ ਕੋਈ ਵੀ ਪਲਾਸਟਿਕ ਪ੍ਰੋਡਕਟ ਹੈ, ਉਹਦੀ ਜਿਹੜੀ ਇੰਟਰਨਲ ਸ਼ੇਪ ਜਿਹੜੀ ਉਹਦੀ ਕ੍ਰੀਏਟ ਕੀਤੀ ਜਾਂਦੀ ਆ, ਉਹਨੂੰ ਆਪਾਂ ਉਹ ਕੋਰ ਕਿਹਾ ਜਾਂਦਾ। ਜਿਹੜੀ ਆਊਟਰ ਸ਼ੇਪ ਹੁੰਦੀ ਆ, ਉਹਨੂੰ ਆਪਾਂ ਕੈਵਿਟੀ ਕਹਿ ਦਿੰਦੇ ਹਾਂ। ਠੀਕ ਹੈ। ਸੋ the injection molding is a assembly of parts containing within it an impression into which plastic material is injected and cooled। ਜਿਹੜੀ ਮੈਂ ਤੁਹਾਨੂੰ ਗੱਲ ਕਹੀ, ਜਿਹਦੇ ਵਿੱਚ ਪਲਾਸਟਿਕ ਮਟੀਰੀਅਲ ਇੰਜੈਕਟ ਕੀਤਾ ਜਾਂਦਾ, ਜਿੱਦਾਂ ਇੰਜੈਕਸ਼ਨ ਆਪਾਂ ਕੋਈ ਚੀਜ਼ ਇੰਜੈਕਟ ਕਰਦੇ ਉਸੇ ਤਰ੍ਹਾਂ ਇੰਜੈਕਟ ਕੀਤਾ ਜਾਂਦਾ। ਇਟ ਇਜ਼ ਦਾ ਇੰਪ੍ਰੈਸ਼ਨ ਵਿਚ ਗਿਵ ਦਾ ਮੋਲਡਿੰਗ ਏ ਫਾਰਮ। ਠੀਕ ਆ। ਮੋਲਡਿੰਗ ਜਿਹੜੀ ਮੋਲਡਿੰਗ ਦਾ ਮਤਲਬ ਹੁੰਦਾ ਜਿਹੜਾ ਸਾਡਾ ਪਾਰਟ ਕ੍ਰੀਏਟ ਹੋਣਾ, ਉਹਨੂੰ ਇੱਕ ਫਾਰਮ ਦਿੰਦਾ। ਇੰਪ੍ਰੈਸ਼ਨ ਮੇ ਦੇਅਰਫੋਰ ਬੀ ਡਿਫਾਈਨਡ ਐਜ਼ ਦਾ ਪਾਰਟ ਆਫ ਦਾ ਮੋਲਡ ਵਿਚ imparts shape to the molding. The impression is formed by two mold members। ਦੋ ਮੈਂਬਰਸ ਨਾਲ ਕਹਿੰਦੇ ਇੰਪ੍ਰੈਸ਼ਨ ਫਾਰਮ ਹੁੰਦਾ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕੋਰ ਐਂਡ ਕੈਵਿਟੀ, ਜਿਹਦੇ ਵਿੱਚ ਕੈਵਿਟੀ ਕੀ ਚੀਜ਼ ਹੈਗੀ ਹੈ, ਵਿਚ ਇਜ਼ ਦਾ ਫੀਮੇਲ ਪੋਰਸ਼ਨ ਆਫ ਦਾ ਮੋਲਡ ਗਿਵਸ ਦਾ ਮੋਲਡਿੰਗ ਐਕਸਟਰਨਲ ਫਾਰਮ। ਮੋਲਡਿੰਗ ਮਤਲਬ ਸਾਡੇ ਕੰਪੋਨੈਂਟ ਨੂੰ ਇੱਕ ਜਿਹੜੀ ਐਕਸਟਰਨਲ ਬਾਹਰ ਵਾਲੀ ਸ਼ੇਪ ਜਿਹੜੀ ਦਿੱਤੀ ਜਾਂਦੀ ਹੈ, ਉਹ ਕੈਵਿਟੀ ਨਾਲ ਦਿੱਤੀ ਜਾਂਦੀ ਹੈ। ਔਰ ਕੋਰ ਇਜ਼ ਦਾ ਮੇਲ ਪੋਰਸ਼ਨ ਆਫ ਦਾ ਮੋਲਡ ਵਿਚ ਫਾਰਮਸ ਦਾ ਇੰਟੀਰੀਅਰ ਸ਼ੇਪ ਆਫ ਦਾ ਮੋਲਡਿੰਗ ਜਿਹੜੀ ਇੰਟਰਨਲ ਸ਼ੇਪ ਹੁੰਦੀ ਆ, ਉਹ ਸਾਡੀ ਕੋਰ ਨਾਲ ਦਿੱਤੀ ਜਾਂਦੀ ਆ। ਸੋ ਕੈਵਿਟੀ ਐਂਡ ਕੋਰ ਪਲੇਟਸ ਦੀ ਆਪਾਂ ਅਗਰ ਗੱਲ ਕਰੀਏ, ਇਹ ਕੀ ਚੀਜ਼ ਹੁੰਦੀ ਆ। ਸੋ ਕੋਰ ਐਂਡ ਕੈਵਿਟੀ ਜਿਹੜੀ ਹੈ, ਸਾਡੇ 'ਤੇ ਡਿਪੈਂਡ ਕਰਦਾ ਅਸੀਂ ਕਿਸ ਤਰ੍ਹਾਂ ਦੀ ਲਗਾ ਰਹੇ ਹਾਂ। ਅਸੀਂ ਉਹਨੂੰ ਇਨਸਰਟ ਟਾਈਪ ਨਾਲ ਲਗਾ ਰਹੇ ਹਾਂ ਜਾਂ ਅਸੀਂ ਉਹਨੂੰ ਇੰਟੀਗਰ ਟਾਈਪ ਨਾਲ ਲਗਾ ਰਹੇ ਹਾਂ। ਇਟ ਆਲ ਡਿਪੈਂਡਸ ਅਪੋਨ ਆਵਰ ਰਿਕੁਆਇਰਮੈਂਟ, ਕਿ ਸਾਡੀ ਰਿਕੁਆਇਰਮੈਂਟ ਕਿੱਦਾਂ ਦੀਆਂ। ਅਗਰ ਸਾਡਾ ਇੱਕ ਕੰਪੋਨੈਂਟ ਇੱਕ ਟਾਈਮ 'ਤੇ ਕ੍ਰੀਏਟ ਹੋ ਰਿਹਾ, ਯੂਜ਼ਲੀ ਅਸੀਂ ਇਸ ਤਰ੍ਹਾਂ ਲੈ ਕੇ ਚੱਲਦੇ ਹਾਂ ਕਿ ਜੇ ਸਾਡੇ ਕੋਲ ਸਿੰਗਲ ਕੈਵਿਟੀ ਕੰਪੋਨੈਂਟ ਹੈਗਾ, ਕਿ ਅਗਰ ਇੱਕ ਹੀ ਕੈਵਿਟੀ ਅਸੀਂ ਲਗਾਈ ਹੋਈ ਮੋਲਡ ਦੇ ਵਿੱਚ, ਅਤੇ ਫਿਰ ਅਸੀਂ ਇੰਟੀਗਰ ਟਾਈਪ ਜਿਹੜਾ ਹੈ ਯੂਜ਼ ਕਰਦੇ ਹਾਂ। ਬਟ ਅਗਰ ਸਾਡੇ ਇੰਪ੍ਰੈਸ਼ਨਸ ਜ਼ਿਆਦਾ ਨੇ, ਜ਼ਿਆਦਾ ਕੈਵਿਟੀਜ਼ ਆ, 2 ਹੈ, 4 ਹੈ, 8 ਕੈਵਿਟੀਜ਼, 16 ਕੈਵਿਟੀਜ਼ ਦਾ ਮੋਲਡ ਹੈਗਾ, ਫਿਰ ਆਪਾਂ ਉਹਦੇ ਵਿੱਚ ਇਨਸਰਟ ਟਾਈਪ ਜਿਹੜਾ ਹੈ ਉਹ ਕੋਰ ਕੈਵਿਟੀ ਯੂਜ਼ ਕਰਦੇ ਹਾਂ। ਇੰਟੀਗਰ ਟਾਈਪ, ਇਨਸਰਟ ਟਾਈਪ ਨੂੰ ਹੋਰ ਡਿਟੇਲ 'ਚ ਅਸੀਂ ਜਾਣਾਂਗੇ ਨੈਕਸਟ ਇਹਦੇ ਵਿੱਚ, ਆਪਾਂ ਅੱਗੇ ਟੌਪਿਕਸ ਜਿਹੜੇ ਆਉਣੇ ਨੇ। ਸੋ ਬਰੋਡਲੀ ਅਗਰ ਮੈਂ ਗੱਲ ਕਰਾਂ, ਅਤੇ ਕੈਵਿਟੀ ਪਲੇਟਸ ਅਤੇ ਕੋਰ ਪਲੇਟ ਕੀ ਹੈ ਕਿ ਜਦੋਂ ਅਸੀਂ ਇਨਸਰਟਸ ਲਗਾਉਂਦੇ ਹਾਂ, ਤਾਂ ਇਨਸਰਟਸ ਨੂੰ ਹੋਲਡ ਕਰਨ ਵਾਸਤੇ, ਇਨਸਰਟਸ ਨੂੰ ਕੋਰ ਕੈਵਿਟੀ ਦੇ ਨਾਲ ਅਟੈਚ ਕਰਨ ਵਾਸਤੇ ਸਾਨੂੰ ਕੁਝ ਪਲੇਟਸ ਦੀ ਜ਼ਰੂਰਤ ਪੈਂਦੀ ਹੈ ਨਾ। ਇਨਸਰਟਸ ਨੂੰ ਆਪਾਂ ਕਿਹਦੇ ਨਾਲ ਅਟੈਚ ਕਰਾਂਗੇ। ਸੋ ਜਿਹੜੀਆਂ ਪਲੇਟਸ ਹੋਣਗੀਆਂ ਉਹਨੂੰ ਆਪਾਂ ਕੋਰ ਪਲੇਟ ਐਂਡ ਕੈਵਿਟੀ ਪਲੇਟ ਬੋਲ ਦਿੰਦੇ ਹਾਂ। ਸੋ ਐਜ਼ ਇਨ ਐਗਜ਼ਾਮਪਲ ਹੈਕਸਾਗਨਲ ਕੰਟੇਨਰ 2.1 ਅੱਗੇ ਜਿਹੜਾ ਐਗਜ਼ਾਮਪਲ ਆਏਗੀ ਉਹਦੇ ਵਿੱਚ ਦੱਸਿਆ ਹੋਏਗਾ ਇਹਨਾਂ ਨੇ। ਦਾ ਬੇਸਿਕ mold in the case consists of two plates into which one plate is sunk the cavity and which shape the outside
form of the molding and is therefore known as the cavity plate. Similarly, the core which projects from the core plate forms the inside shape of the molding. When the mold is closed, the two plates come together, form a space between the cavity and core, which is the impression. ठीक है, ਇਹਨਾਂ ਦਾ ਮਤਲਬ ਇਹ ਕਹਿਣ ਦਾ ਕਿ ਇਹ ਦੇਖੋ, ਠੀਕ ਹੈ, ਇਹ ਤੁਸੀਂ ਦੇਖ ਰਹੇ ਹੋ ਕੋਰ ਐਂਡ ਹੇਅਰ ਇਜ਼ ਕੈਵਿਟੀ, ਠੀਕ ਹੈ। ਸੋ ਕੋਰ ਜਿਹੜੀ ਹੈਗੀ ਆ ਉਹਨੇ ਦਿੱਤੀ ਇਸ ਇਹ ਸੈਂਟਰ ਦੇ ਵਿੱਚ ਸਾਡੀ ਕੰਪੋਨੈਂਟ ਹੈ ਜਿਹਨੂੰ ਆਪਾਂ ਮੋਲਡਿੰਗ ਵੀ ਬੋਲ ਸਕਦੇ ਹਾਂ। ਸੋ ਕੋਰ ਜਿਹੜਾ ਹੈਗਾ ਉਹਨੇ ਇੰਟਰਨਲ ਸ਼ੇਪ ਦੇਣੀ ਹੈ ਮੋਲਡਿੰਗ ਦੀ, ਤੁਸੀਂ ਦੇਖ ਰਹੇ ਹੋ ਇੰਟਰਨਲ ਜਿਹੜੀ ਹਾਲੋ ਸਪੇਸ ਆ, ਤੇ ਜਿਹੜੀ ਕੈਵਿਟੀ ਹੈ ਉਹਨੇ ਆਊਟਰ ਸਪੇਸ ਦੇਣੀ ਹੈ। ਇਹ ਦੋਵਾਂ ਜਦੋਂ ਦੋਨੋਂ ਹੀ ਹਾਫਸ ਆ ਕੇ ਮਿਲ ਜਾਂਦੇ ਇੱਕ ਦੂਜੇ ਦੇ ਨਾਲ, ਜਿਹੜੀ ਇੰਟਰਨਲ ਵਿੱਚ ਸ਼ੇਪ ਕ੍ਰੀਏਟ ਹੋਣੀ ਆ ਉਹਨੂੰ ਆਪਾਂ ਇੰਪ੍ਰੈਸ਼ਨ ਬੋਲਦੇ ਹਾਂ, ਤੇ ਜਿਹਦੇ ਵਿੱਚ ਸਾਡਾ ਮਟੀਰੀਅਲ ਨੇ ਜਾ ਕੇ ਫਿਲ ਹੋਣਾ ਹੁੰਦਾ। ਓਕੇ, ਹੁਣ ਤੁਹਾਨੂੰ ਸਮਝ ਲੱਗੀ ਹੈ ਕੀ ਮੈਂ ਕਹਿਣਾ ਚਾਹੁੰਦਾ ਤੁਹਾਨੂੰ, ਠੀਕ ਹੈ। ਸੋ ਇਹ ਚੀਜ਼ ਹੈਗੀ ਆ। ਸੋ ਇਹ ਇੱਕ ਸਿੰਗਲ ਕੈਵਿਟੀ ਮੋਲਡ ਇਹਨਾਂ ਨੇ ਦੱਸਿਆ ਹੋਇਆ ਇਹਦੇ ਵਿੱਚ, ਜਿਹਦੇ ਵਿੱਚ ਕੋਰ ਪਲੇਟ ਅਤੇ ਕੈਵਿਟੀ ਪਲੇਟਸ ਉਹਨਾਂ ਨੇ ਸ਼ੋਅ ਕੀਤਾ ਹੋਇਆ। ਸੋ ਨੈਕਸਟ ਜਿਹੜੀ ਚੀਜ਼ ਆ ਉਹ ਹੈਗੀ ਆ ਸਪਰੂ ਬੁਸ਼। ਸਪਰੂ ਬੁਸ਼ ਕੀ ਚੀਜ਼ ਹੁੰਦੀ ਆ? ਸਪਰੂ ਬੁਸ਼ ਵੀ ਇੱਕ ਮੋਲਡ ਦਾ ਪਾਰਟ ਹੈ ਜਿਹੜਾ ਕਿ ਮੋਲਡ ਦੇ ਟੌਪ 'ਤੇ ਲੱਗਦਾ। ਜਿਹੜੀ ਮਸ਼ੀਨ ਇੰਜੈਕਸ਼ਨ ਮੋਲਡਿੰਗ ਮਸ਼ੀਨ ਹੈ ਉਹਦੀ ਜਿਹੜੀ ਨੋਜ਼ਲ ਹੁੰਦੀ ਆ, ਜਿਵੇਂ ਇੰਜੈਕਸ਼ਨ ਦੀ ਸਰਿੰਜ ਹੁੰਦੀ ਇੱਕ ਤਰ੍ਹਾਂ ਦੀ ਆਪਾਂ ਕਹਿ ਸਕਦੇ ਹਾਂ ਉਹਨੂੰ। ਸੋ ਜਦੋਂ ਇੰਜੈਕਸ਼ਨ ਮੋਲਡਿੰਗ ਮਸ਼ੀਨ ਦੀ ਜਿਹੜੀ ਨੋਜ਼ਲ ਹੁੰਦੀ ਆ ਉਹ ਮੋਲਡ ਦੇ ਨਾਲ ਅਟੈਚ ਹੁੰਦੀ ਆ, ਅਤੇ ਸਪਰੂ ਬੁਸ਼ ਜਿਹੜਾ ਹੈਗਾ ਉਹ ਇੱਕ ਬਹੁਤ ਵਧੀਆ ਚੈਨਲ ਬਣਾਉਂਦਾ ਜਿੱਥੋਂ ਸਾਡਾ ਮਟੀਰੀਅਲ ਪਾਸ ਕਰਦਾ ਅਤੇ ਦੈਨ ਮੋਲਡ ਦੀ ਕੈਵਿਟੀਜ਼ ਦੇ ਵਿੱਚ ਜਾਂਦਾ, ਮੋਲਡ ਦੇ ਇੰਪ੍ਰੈਸ਼ਨ 'ਚ ਜਾ ਕੇ ਫਿਲ ਹੁੰਦਾ। ਸੋ ਸਪਰੂ ਬੁਸ਼ ਇੱਕ ਕਹਿ ਸਕਦੇ ਹੋ ਤੁਸੀਂ ਕਿ ਇੱਕ ਬੁਸ਼ ਸ਼ੇਪ ਦਾ ਇਹਨਾਂ ਦੀ ਫਾਰਮ ਹੈਗਾ, ਜਿਹਦੇ ਵਿੱਚ ਇੱਕ ਇੰਟਰਨਲ ਟੇਪਰ ਕੱਟੀ ਜਾਂਦੀ ਹੁੰਦੀ ਹੈ 2 ਤੋਂ 4 ਡਿਗਰੀ ਦੀ ਇੰਟਰਨਲ, ਕਹਿ ਸਕਦੇ ਹੋ ਕਿ ਤੁਸੀਂ ਕਿ ਇੱਕ ਟੇਪਰਡ ਡਰਿਲ ਮਾਰਿਆ ਹੁੰਦਾ ਉਹਦੇ ਵਿੱਚ, ਕਿ 2 ਤੋਂ 4 ਡਿਗਰੀ ਦੀ ਟੇਪਰ ਡਰਿਲ ਹੋ ਗਿਆ। ਤੁਸੀਂ ਇਹਦੇ ਵਿੱਚ ਦੇਖ ਹੀ ਸਕਦੇ ਹੋ ਸਪਰੂ ਬੁਸ਼ ਸ਼ੋਅ ਕੀਤਾ ਹੋਇਆ, ਠੀਕ ਹੈ। ਇਹਦੇ ਵਿੱਚ ਜਦੋਂ ਮਟੀਰੀਅਲ ਪਿੱਛੋਂ ਆਉਂਦਾ ਹੈਗਾ ਮਸ਼ੀਨ ਦੀ ਨੋਜ਼ਲ, ਉਹ ਦੇਖ ਰਹੇ ਹੋ ਤੁਸੀਂ ਨੋਜ਼ਲ ਔਰ ਦਾ ਇੰਜੈਕਸ਼ਨ ਮਸ਼ੀਨ, ਇੱਥੋਂ ਮਟੀਰੀਅਲ ਗਿਆ ਅੰਦਰ, ਥੱਲੇ ਸਿੰਗਲ ਕੈਵਿਟੀ ਹੈ, ਇੱਕੋ ਕੈਵਿਟੀ ਦਾ ਮੋਲਡ ਹੈਗਾ, ਇਸ ਕਰਕੇ ਨੀਚੇ ਇਹਦੇ ਵਿੱਚ ਮੋਲਡਿੰਗ ਤਿਆਰ ਹੋ ਗਈ। ਮੈਲਟਡ ਫਾਰਮ 'ਚ ਮਟੀਰੀਅਲ ਜਾਊਗਾ, ਬਾਅਦ ਦੇ ਵਿੱਚ ਠੰਡਾ ਹੋ ਜਾਊਗਾ ਕਿਉਂਕਿ ਮੋਲਡ ਦੇ ਵਿੱਚ ਕੂਲਿੰਗ ਚੈਨਲ ਲੱਗੇ ਹੁੰਦੇ ਨੇ, ਵਾਟਰ ਸਰਕੂਲੇਟ ਕਰਦੇ ਆਪਾਂ, ਸੋ ਦੈਨ ਸੋਲਟੀਫਾਈ ਹੋ ਜਾਊਗਾ, ਠੀਕ ਹੈ। ਸੋ ਨੈਕਸਟ ਥੋੜੀ ਟਰਮਸ ਹੈਗੀਆਂ ਨੇ ਇਹਦੇ ਵਿੱਚ, ਰਨਰਸ ਐਂਡ ਗੇਟ ਸਿਸਟਮ, ਰਜਿਸਟਰ ਰਿੰਗ, ਠੀਕ ਹੈ। ਰਨਰਸ ਕੀ ਚੀਜ਼ ਹੁੰਦੇ ਨੇ? ਰਨਰਸ ਵੀ ਉਹ ਸੈਕਸ਼ਨਸ ਹੁੰਦੇ ਆ ਜਿਹਦੇ ਵਿੱਚ ਉਹ ਮਟੀਰੀਅਲ, ਅਗਰ ਸਾਡਾ ਮਲਟੀ ਕੈਵਿਟੀ ਮੋਲਡ ਹੈਗਾ ਤੇ ਰਨਰਸ ਉਹ ਸੈਕਸ਼ਨ ਹੋਣਗੇ ਜਿਹਦੇ ਵਿੱਚ ਜਦੋਂ ਮਟੀਰੀਅਲ ਸਪਰੂ ਬੁਸ਼ ਦੇ ਵਿੱਚ ਐਂਟਰ ਕਰਦਾ ਔਰ ਦੈਨ ਉਸ ਤੋਂ ਬਾਅਦ ਉਹ ਰਨਰਸ ਦੇ ਵਿੱਚ ਮਟੀਰੀਅਲ ਜਾਂਦਾ ਔਰ ਰਨਰਸ ਤੋਂ ਬਾਅਦ ਗੇਟ 'ਚ ਜਾਂਦਾ, ਗੇਟ 'ਚ ਜਾ ਕੇ ਫਿਰ ਇੰਪ੍ਰੈਸ਼ਨ 'ਚ ਜਾਂਦਾ। ਇਹ ਜਿਹੜਾ ਉੱਪਰ ਮੋਲਡ ਦਿਖ ਰਿਹਾ ਤੇ ਸਿੰਗਲ ਕੈਵਿਟੀ ਹੈਗਾ, ਬਟ ਕਈ ਵਾਰੀ ਸਾਡੇ ਕੋਲ ਇੱਦਾਂ ਦੀਆਂ 8-8 ਕੈਵਿਟੀ ਹੁੰਦੀਆਂ ਇੱਕ ਮੋਲਡ ਦੇ ਵਿੱਚ, 4-4 ਕੈਵਿਟੀਜ਼ ਹੁੰਦੀਆਂ। ਸੋ 4-4 8-8 ਕੈਵਿਟੀਜ਼ ਦੇ ਵਿੱਚ ਕੀ ਹੁੰਦਾ ਕਿ ਮਟੀਰੀਅਲ ਪਹਿਲਾਂ ਸਪਰੂ ਬੁਸ਼ ਦੇ ਵਿੱਚ ਜਾਂਦਾ, ਫਿਰ ਰਨਰ, ਫਿਰ ਗੇਟ ਐਂਡ ਦੈਨ ਇੰਪ੍ਰੈਸ਼ਨਸ ਦੇ ਵਿੱਚ ਆਉਂਦਾ। ਸੋ ਰਨਰਸ ਵੀ ਇੱਕ ਚੈਨਲ ਹੈ, ਮਟੀਰੀਅਲ ਮੇ ਬੀ ਡਾਇਰੈਕਟਲੀ ਇੰਜੈਕਟਡ, ਜਿਵੇਂ ਮੈਂ ਦੱਸਿਆ ਡਾਇਰੈਕਟਲੀ ਵੀ ਇੰਜੈਕਟ ਕੀਤਾ ਜਾਂਦਾ ਇਨਟੂ ਦਾ ਇੰਪ੍ਰੈਸ਼ਨ ਥਰੂ ਦਾ ਸਪਰੂ ਬੁਸ਼ ਔਰ ਦਾ ਮੋਲਡਸ ਕੰਟੇਨਿੰਗ ਸੈਵਰਲ ਇੰਪ੍ਰੈਸ਼ਨਸ, ਮਲਟੀ ਇੰਪ੍ਰੈਸ਼ਨ ਜਿਹਨੂੰ ਆਪਾਂ ਬੋਲਦੇ ਹਾਂ, ਇੱਕ ਤੋਂ ਵੱਧ ਇੰਪ੍ਰੈਸ਼ਨ, ਇਸ ਤਰ੍ਹਾਂ ਦਾ ਇੱਕ ਹੈ, ਇੱਕ ਤੋਂ ਵੱਧ। ਇਟ ਮੇ ਪਾਸ ਫਰੋਮ ਦਾ ਸਪਰੂ ਬੁਸ਼ ਹੋਲ ਥਰੂ ਏ ਰਨਰ ਔਰ ਗੇਟ ਸਿਸਟਮ, ਠੀਕ ਹੈ। ਸੋ ਨੈਕਸਟ ਜਿਹੜਾ ਹੈਗਾ ਉਹਦੇ ਵਿੱਚ ਆਪਾਂ ਜਾਣਨ ਦੀ ਕੋਸ਼ਿਸ਼ ਕਰੀਏ ਕਿ ਸਪਰੂ ਸਾਡੀ ਜਿਹੜੀ ਕੋਰ ਕੈਵਿਟੀਜ਼ ਹੈਗੀਆਂ ਉਹ ਕਿੰਨੇ ਟਾਈਪ ਦੀਆਂ ਹੁੰਦੀਆਂ ਨੇ। ਸੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਕਿ ਕੋਰ ਕੈਵਿਟੀਜ਼ ਜਿਹੜੀਆਂ ਆ ਬਰੋਡਲੀ ਅਸੀਂ 2 ਟਾਈਪਸ ਦੀਆਂ ਲੈਂਦੇ ਹਾਂ, ਇੰਟੀਗਰ ਟਾਈਪ, ਇਨਸਰਟ ਟਾਈਪ। ਸੋ ਤੁਸੀਂ ਕੋਰ ਤੇ ਕੈਵਿਟੀ ਤੋਂ ਮੈਂ ਸਮਝਦਾ ਕਿ ਹੁਣ ਤੁਹਾਨੂੰ ਕਲੀਅਰ ਹੋ ਗਿਆ ਕਿ ਕੋਰ ਕੀ ਚੀਜ਼ ਆ, ਕੈਵਿਟੀ ਕੀ ਚੀਜ਼ ਆ। ਕੋਈ ਵੀ ਤੁਸੀਂ ਪਲਾਸਟਿਕ ਦਾ ਕੰਪੋਨੈਂਟ ਦੇਖੋਗੇ ਨਾ, ਕੋਈ ਵੀ ਪਲਾਸਟਿਕ ਦਾ ਕੰਪੋਨੈਂਟ ਤੁਸੀਂ ਦੇਖੋਗੇ ਕਿ ਵਿਦਆਊਟ ਉਹ ਅਸੈਂਬਲਡ ਨਾ ਕੀਤਾ ਹੋਏਗਾ ਕਿਸੇ ਹੋਰ ਪਾਰਟਸ ਦੇ ਨਾਲ। ਅਗਰ ਆਪਾਂ ਸਿੰਗਲ ਇਕੱਲਾ ਇੱਕ ਪਲਾਸਟਿਕ ਦਾ ਕੰਪੋਨੈਂਟ ਦੇਖਾਂਗੇ ਤਾਂ ਦੇਖਿਆ ਹੋਏਗਾ ਉਹਦੇ ਅੰਦਰ ਇੱਕ ਇੰਟਰਨਲ ਕੋਰ ਤੇ ਇੱਕ ਆਊਟਸਾਈਡ ਜਿਹੜੀ ਸਪੇਸ ਹੋਏਗੀ ਉਹਨੂੰ ਕੈਵਿਟੀ ਆਪਾਂ ਬੋਲ ਦਿੰਦੇ ਹਾਂ, ਆਊਟਸਾਈਡ ਜਿਹੜੀ ਉਹਨੂੰ ਸ਼ੇਪ ਦਿੱਤੀ ਹੋਏਗੀ ਉਹ ਕੈਵਿਟੀ ਬੋਲ ਦਿੰਦੇ ਹਾਂ। ਸੋ ਇਨ ਬਿਟਵੀਨ ਜਿਹੜਾ ਹੈਗਾ ਇੰਪ੍ਰੈਸ਼ਨ ਜਿਸ 'ਚ ਮਟੀਰੀਅਲ ਫਿਲ ਹੁੰਦਾ ਉਹ ਤੁਹਾਨੂੰ ਕਲੀਅਰ ਹੋ ਗਿਆ, ਠੀਕ ਹੈ। ਸੋ ਹੁਣ ਕਿੰਨੇ ਟਾਈਪਸ ਦੀਆਂ ਆਪਾਂ ਕਹਿ ਸਕਦੇ ਹਾਂ ਕਿ ਕੋਰ ਕੈਵਿਟੀਜ਼ ਕਿੰਨੇ ਟਾਈਪ ਦੀਆਂ ਹੁੰਦੀਆਂ। ਸੋ ਇੱਕ ਹੁੰਦੀ ਹੈ ਇਨਸਰਟ ਟਾਈਪ, ਇੱਕ ਹੁੰਦਾ ਇੰਟੀਗਰ ਟਾਈਪ। ਜਿਹੜੀ ਇੰਟੀਗਰ ਟਾਈਪ ਹੈਗੀ ਆ ਉਹ ਤੇ ਅਸੀਂ ਕੀ ਕਰਦੇ ਹਾਂ ਕਿ ਮੋਲਡ ਦੀਆਂ ਜਿਹੜੀਆਂ ਪਲੇਟਸ ਹੁੰਦੀਆਂ ਨੇ, ਮੋਲਡ ਦੇ ਵਿੱਚ ਆਪਾਂ ਦੇਖੀਏ ਤੇ 7-8 ਪਲੇਟਾਂ ਦਾ ਸੈੱਟ ਹੁੰਦਾ ਪੂਰਾ ਦਾ ਪੂਰਾ ਮੋਲਡ ਆ, ਉਹਦੇ ਵਿੱਚ ਸੈਂਟਰ ਦੇ ਵਿੱਚ ਸਾਡੀਆਂ ਕੋਰ ਕੈਵਿਟੀਜ਼ ਹੁੰਦੀਆਂ ਨੇ। ਔਰ ਅਗਰ ਆਪਾਂ ਮੋਲਡ ਦੀ ਪਲੇਟਸ ਨੂੰ ਹੀ ਕੱਟ ਕੇ ਉਹਦੀ ਕੋਰ ਕੈਵਿਟੀ ਬਣਾ ਦਈਏ, ਮੋਲਡ ਦੀ ਪਲੇਟ ਨੂੰ ਹੀ ਕੱਟ ਕੇ ਅਗਰ ਆਪਾਂ ਕੋਰ ਕੈਵਿਟੀ ਬਣਾ ਦਈਏ ਉਹਨੂੰ ਆਪਾਂ ਕਹਾਂਗੇ ਇੰਟੀਗਰ ਟਾਈਪ ਕੋਰ ਕੈਵਿਟੀ, ਓਕੇ। ਔਰ ਅਗਰ ਅਸੀਂ
अलग तो इंसर्ट्स अलग तो मैटल के पीस, ठीक है, लोहे के पीस, मैटल के पीस है ना, स्टील के पीस जिदा भी यूज़ कर रहे हैं, उन्होंने कटिंग करके दैन ਆਪਾਂ ਉਹਨੂੰ मोल्ड ਦੇ ਨਾਲ विद द हैल्प ऑफ ਸਕਰੂਇੰਗ ਕਰ ਰਹੀਏ ਆਪਾਂ ਉਹਨੂੰ ਸਕਰੂਜ਼ ਦੇ ਨਾਲ ਉਹਦੇ ਨਾਲ ਟਾਈਟ ਕਰ ਦਈਏ ਮੋਲਡ ਦੀ ਪਲੇਟਸ ਦੇ ਨਾਲ, ਫਿਰ ਆਪਾਂ ਉਹਨੂੰ ਇਨਸਰਟ ਟਾਈਪ ਕੈਵਿਟੀ, ਮੋਲਡ ਕੋਰ ਕੈਵਿਟੀ ਬੋਲ ਦਿੰਦੇ ਹਾਂ। ਇੰਟੀਗਰ ਟਾਈਪ ਤੇ ਇਨਸਰਟ ਟਾਈਪ ਦਾ ਇਹੀ ਫਰਕ ਹੈਗਾ ਕਿ ਇੰਟੀਗਰ ਟਾਈਪ ਦੇ ਵਿੱਚ ਅਸੀਂ ਮੋਲਡ ਦੀ ਪਲੇਟਸ ਨੂੰ ਹੀ ਕਟਿੰਗ ਕਰ ਦੇਣੀ ਹੁੰਦੀ ਆ, ਔਰ ਇਨਸਰਟ ਟਾਈਪ ਦੇ ਵਿੱਚ ਅਲੱਗ ਤੋਂ ਲੋਹੇ ਦੇ ਇਨਸਰਟ ਛੋਟੇ ਛੋਟੇ ਜਿੱਦਾਂ ਦੀ ਕੋਰ ਕੈਵਿਟੀ ਦੀ ਸ਼ੇਪ ਹੋਏਗੀ ਉਸ ਤਰ੍ਹਾਂ ਦੇ ਅਸੀਂ ਬਾਹਰ ਬਣਾਉਣੇ ਆ, ਦੈਨ ਉਹਨੂੰ ਮੋਲਡ ਦੇ ਪਲੇਟਸ ਦੇ ਨਾਲ ਅਟੈਚ ਕਰ ਦੇਣਾ। ਕੁਛ ਐਡਵਾਂਟੇਜਸ ਡਿਸਐਡਵਾਂਟੇਜਸ ਇਹਦੇ ਹੈਗੇ ਨੇ ਕਿ ਅਗਰ ਸਾਡਾ ਇੱਕ ਅੱਧਾ ਇਨਸਰਟ ਡਿਊਰਿੰਗ ਵਰਕਿੰਗ ਟੁੱਟ ਵੀ ਜਾਂਦਾ ਤਾਂ ਸਾਡੀ ਪ੍ਰੋਡਕਸ਼ਨ ਨਹੀਂ ਰੁਕਦੀ, ਅਸੀਂ ਅਲੱਗ ਤੋਂ ਇਨਸਰਟ ਬਣਾਉਂਦੇ ਹਾਂ, ਫਿਰ ਦੁਬਾਰਾ ਉਹਨੂੰ ਅਟੈਚ ਕਰ ਦਿੰਦੇ ਹਾਂ ਵਿਦ ਦ ਹੈਲਪ ਆਫ ਸਕਰੂਜ਼ ਦੇ ਨਾਲ ਆਪਾਂ ਅਟੈਚ ਕਰ ਦਿੰਦੇ ਹਾਂ। ਠੀਕ ਹੈ, ਜਦੋਂ ਮੈਂ ਤੁਹਾਨੂੰ ਮੋਲਡ ਦੀ ਸ਼ੇਪ ਦਿਖਾਊਂਗਾ ਫਿਰ ਤੁਹਾਨੂੰ ਕਲੀਅਰ ਹੋਣਾ ਸ਼ੁਰੂ ਹੋਊਗਾ ਕਿ ਇਹ ਕਿ ਸਰ ਕੀ ਕਹਿ ਰਹੇ ਨੇ। ਠੀਕ ਹੈ, ਇਸ ਕਰਕੇ ਅਸੀਂ ਅਗਰ ਆਪਾਂ इंटीगर टाइप की गल करिए तो वो अगर साडा कुछ ना कुछ अगर एक इंसर्ट साडा एक इंसर्ट जे मान लो दो इंसर्ट्स आप बना दे जो टुट भी जाता तो साडी प्रोडक्शन जी है रुक जाती है, सानू पूरी की पूरी प्लेट्स जी है चेंज करनी पऊगी। सो यह कुछ डिफरेंस है इन्हों के। ठीक है, सो ये जिमें इन्होंने दसिया होया कि एक फिक्सड हाफ होंगे, एक मूवेबल हाफ होंगे। मोल्ड के दो हाफ्स होंगे आ। मोल्ड जोड़ा होंगे साडा इंजैक्शन मोल्ड की गल करिए तो दो हाफ्स का बनया होंगे, एक साडा कोर हाफ होंगे, एक कैविटी हाफ होंगे। देख रहे हो तुसीं इत्थे यह दो हाफ्स का बनया होंगे, यह सेंटर तो मोल्ड खुलता। ठीक है, आ देखो ना, फिक्सड हाफ, मूविंग हाफ। ठीक है, एक हाफ फिक्स होंगे, एक साडा हाफ मूव करता होंगे। ठीक है, यूजली साडा जिहड़ा कैविटी वाला हाफ होंगे वो फिक्स हाफ होंगे, तो जिहड़ा कोर हाफ वाला हाफ होंगे वो मूव करता। मूव किधर नूं करता, साडी इंजैक्शन मोल्डिंग क्लोज होंदी है, ओपन होंदी है, मशीन क्लोज होंदी है, ओपन होंदी। सो जो क्लोज होंदी है तो जो साडा कोर वाला हाफ है वो कैविटी वाली हाफ के कोल आंदा, तो जो मोल्ड मशीन ओपन होंदी है, जो साडा मोल्ड ओपन होंदा तो वही हाफ जिहड़ा साडा कोर वाला साडा पिछे चला जाता, अंदर कंपोनेंट तैयार होया होंदा और कंपोनेंट साडा बाहर आ जाता। ठीक है, सो यह चीज़ हैगी है। नैक्सट देखोगे तुसीं कुछ एग्जाम्पल दित्तियां हुई इन्होंने कि इंटीगर कैविटी एंड कोर प्लेट्स दियाँ तुसीं देखोगे साडी कंपोनेंट की शेप देखो, इस तरह का ग्लास टाइप का कंपोनेंट है, सर्कुलर बिन मोल्ड है जिदा उन्होंने दसिया होया। देखो उन्होंने वही प्लेट दे विच उन्हां दी कटिंग कर दी हैगी आ। नीचे ट्रे मोल्ड देख रहे हो तुसीं एक, ठीक है, डिस्पले बोर्ड, स्क्वेयर कंटेनर मोल्ड, यह देखोगे तुसीं प्लेट्स नूं ही कटिंग कर दिता मशीनस के उपर। असी कन्वेंशनल मशीनस जिदा असी मिलिंग मशीन का EDM का यूज़ करके आप प्लेट्स जिहड़ियां साडे स्टील दीयां प्लेटां होणगियां, P20 स्टील आप यूज़ करते हैं, उन्होंने आप कटिंग करके तो उहदे च मटीरियल इंजैक्ट करवा दिता है। ठीक है, वैन द कैविटी और कोर इज़ मशीनड फ्राम ए लार्ज प्लेट और ए ब्लॉक ऑफ स्टील in one piece and used without bolstering as is termed an integer cavity and integer core plate। ठीक है, बोस्टरिंग का मतलब है अटैच करना किसी भी चीज़ नूं, अगर उन्होंने सोल्डिफाई करना, उन्होंने उपर स्ट्रोंग करना है ना, आप उन्होंने कह सकते कि आप उन्होंने बोस्टर किया। ठीक है, सो विदाउट बोस्टरिंग इन्होंने कहा कि यह चीज़ की है तो आप उन्होंने इंटीगर टाइप बोल दें। दिस इज़ प्रैफर्ड फॉर सिंगल इंप्रैशन, जिदा मैं तुहानूं दस्सिया कि सिंगल इंप्रैशन हो तो फिर असी यही इंटीगर टाइप ही प्रैफर करते हैं बिकॉज ऑफ द स्मॉलर साइज एंड लोअर कॉस्ट। ठीक है, सो यह कुछ इन्होंने एडवांटेजिस इन्होंने दस्से है। सो अगर आप इन्होंने कहा कि मैन्युफैक्चर ऑफ इंटीगर कोर एंड कैविटीज़, ठीक है, और द मैनी मैन्युफैक्चरिंग प्रोसेस अवेलेबल फॉर मैन्युफैक्चरिंग मोल्ड टू और नॉर्मली यूज इन दिस केस देयर इज़ ए डायरैक्ट मशीनिंग ऑपरेशन रफ स्टील। ठीक है, असी मशीनिंग ऑपरेशन कर लें, मशीनों का यूज़ साढ़े को मिलिंग मशीनस होंगी है जी कि पॉकेट्स वगैरह कट्टन वास्ते यूज़ की जाती है, सरफेस रिमूव करने वास्ते स्टील के उपरों यूज़ की जाती है। सो आप उस मशीन का यूज़ करके EDM का यूज़ करके, ठीक है, आप कर सकते हैं। सो ये देखोगे तुसी कि कटिंग करके तो बाद जोड़ा बेस हैगा इन्होंने वैसे अलग तो लोकल इंसर्ट्स फिट कर लिया है, बाकी इन्होंने उदा ही सिंपल कटिंग कर ली है मशीनस से।
ਸੋ ਉਸੇ ਤਰ੍ਹਾਂ ਅਗਰ ਇਨਸਰਟ ਕੋਰ ਕੈਵਿਟੀ ਦੀ ਗੱਲ ਕਰੀਏ, ਜਿੱਦਾਂ ਮੈਂ ਤੁਹਾਨੂੰ ਦੱਸਿਆ ਫੋਰ ਮੋਲਡਸ ਕੰਟੇਨਿੰਗ ਇੰਟ੍ਰਿਕੇਟ ਇੰਪ੍ਰੈਸ਼ਨਸ ਦਾ ਮਤਲਬ ਹੁੰਦਾ ਕਿ ਕੁਛ ਕੰਪਲੀਕੇਟਡ ਜੀਆਂ ਪ੍ਰੋਫਾਈਲਸ ਹੈ ਨਾ, ਡਿੰਗੀਆਂ ਟੇਡੀਆਂ ਜੀਆਂ ਪ੍ਰੋਫਾਈਲਸ ਜਦੋਂ ਹੋਣਗੀਆਂ, ਠੀਕ ਆ। ਮਲਟੀ ਇੰਪ੍ਰੈਸ਼ਨ ਦਾ ਮਤਲਬ ਹੁੰਦਾ ਇੱਕ ਤੋਂ ਵੱਧ ਇੰਪ੍ਰੈਸ਼ਨ। It is not satisfactory to attempt to machine the core and cavity plates from a single block. ਇੱਕ ਬਲੋਕ ਦੇ ਵਿੱਚ ਇੰਨੀਆਂ ਜ਼ਿਆਦੀਆਂ ਕੈਵਿਟੀਜ਼ ਇੰਟ੍ਰੀਕੇਟ ਕ੍ਰੀਏਟ ਕਰਨੀਆਂ is very difficult, ਠੀਕ ਹੈ। With the integer mold, the machining sequences and the operation would be altogether too complicated and costly, and insert booster assemblies therefore is used instead. ਇਹਦਾ ਮਤਲਬ ਹੈ ਕਿ ਉਹਦੇ ਵਿੱਚ ਇੰਨੀਆਂ ਕੁ ਕੰਪਲੀਕੇਸ਼ਨਸ ਹੋ ਜਾਂਦੀਆਂ, ਇੰਨਾ ਕੁ ਕੰਪਲੀਕੇਟਡ ਜਿਹਾ ਹੋ ਜਾਂਦਾ ਕਿ ਉਹਦੇ ਵਿੱਚ ਇੰਟੀਗਰ ਜਿਹੜਾ ਹੈਗਾ ਉਹ ਨਹੀਂ ਪ੍ਰੈਫਰ ਕੀਤਾ ਜਾਏਗਾ, ਇਨਸਰਟ ਹੀ ਦੈਨ ਯੂਜ਼ ਕੀਤਾ ਜਾਂਦਾ। ਕਿਉਂਕਿ ਅਗਰ ਆਪਾਂ ਇੰਨੀਆਂ ਕੰਪਲੀਕੇਟਡ ਵਾਲੀਆਂ ਸ਼ੇਪਸ ਇੱਕੋ ਹੀ ਪਲੇਟ ਦੇ ਵਿੱਚ ਬਣਾ ਦਈਏ, ਕਿਤੇ ਕੋਈ ਟੁੱਟ ਜਾਏ ਤਾਂ ਸਾਰੀ ਸਾਡੀ ਪਲੇਟ ਵੇਸਟ ਹੋ ਜਾਂਦੀ ਹੈ, ਠੀਕ ਆ। ਉਹਨਾਂ ਆਪਾਂ ਉੱਤੇ ਵਰਕ ਕੀਤਾ ਹੁੰਦਾ, ਅਗਰ ਆਪਾਂ ਇਨਸਰਟ ਜੇ ਟੁੱਟ ਜਾਂਦਾ ਤੇ ਉਹ ਸਾਡੇ ਲਈ ਥੋੜ੍ਹਾ ਠੀਕ ਰਹਿੰਦਾ ਕਿ ਇੱਕ ਇਨਸਰਟ ਟੁੱਟੇ ਤਾਂ ਆਪਾਂ ਉਹਨੂੰ ਰਿਪਲੇਸ ਕਰ ਸਕਦੇ ਹਾਂ। The method consists of machining the impression out of small block of steel. These small blocks of steel is known after machining as insert, and one of the form the male part is termed as a core insert, and conversely the one which forms the female part is a cavity insert. So ਇਸ ਤਰ੍ਹਾਂ ਹੀ ਆਪਾਂ core insert ਤੇ cavity insert ਇਹਨੂੰ ਕਹਿ ਸਕਦੇ ਹਾਂ, ठीक है। These are then inserted and screwed, fitted into holes in subsequent blocks or the plate of steel called a booster. These holes are either sunk part away or the machined right through the booster plate, ਠੀਕ ਆ। ਫਿਰ ਦੈਨ ਅਸੀਂ ਇਹਨਾਂ ਇਨਸਰਟਸ ਨੂੰ ਜਦੋਂ ਆਪਾਂ ਪਲੇਟ ਦੇ ਨਾਲ ਅਟੈਚ ਕਰਦੇ ਹਾਂ, ਜਿਹੜੀ ਸਾਡੀ ਕੋਰ ਪਲੇਟ ਜਾਂ ਕੈਵਿਟੀ ਪਲੇਟ, ਆਪਾਂ ਉਹਨੂੰ ਬੂਸਟਰ ਪਲੇਟਸ ਬੋਲਦੇ ਨੇ, ਜਿਹਦੇ ਨਾਲ ਉਹਨੂੰ ਅਟੈਚ ਕੀਤਾ ਜਾਂਦਾ, ਠੀਕ ਆ। ਬੂਸਟਰ ਪਲੇਟ ਸਾਡੀ ਉਹ ਹੁੰਦੀ ਆ। ਸੋ ਜਦੋਂ ਅਸੀਂ ਇਨਸਰਟਸ ਨੂੰ ਹੋਲਡ ਕਰਨਾ ਹੁੰਦਾ ਪਲੇਟਸ ਦੇ ਨਾਲ, ਮੇਨਲੀ ਮੇਰਾ ਮਤਲਬ ਕਹਿੰਦਾ ਕਿ ਆਪਾਂ ਉਹਨਾਂ ਨੂੰ ਬੂਸਟਰ ਪਲੇਟਸ ਕਹਿੰਦੇ ਆ, ਅਤੇ ਬੂਸਟਰ ਪਲੇਟ ਸਾਡੇ ਕੋਲ ਡਿਫਰੈਂਟ ਟਾਈਪਸ ਦੀਆਂ ਹੁੰਦੀਆਂ ਨੇ, ਠੀਕ ਆ। ਅਸੀਂ ਕਿਸ ਤਰ੍ਹਾਂ ਦਾ ਸਾਡਾ ਇਨਸਰਟ ਦੀ ਸ਼ੇਪ ਕਿੱਦਾਂ ਦੀ ਹੈ ਜਿਹੜੀ ਅਸੀਂ ਹੋਲਡ ਕਰਨੀ ਆ, ਉਹ ਫਿਰ ਡਿਪੈਂਡ ਕਰਦੀ ਹੈ ਕਿ ਤੁਹਾਡੀ ਸ਼ੇਪ ਕਿੱਦਾਂ ਦੀ ਆ, ਤੁਸੀਂ ਉਸ ਤਰ੍ਹਾਂ ਦਾ ਬੂਸਟਰ ਪਲੇਟ ਯੂਜ਼ ਕਰਦੇ ਹੋ। ਸੋਲਿਡ ਬੂਸਟਰ ਵੀ ਹੁੰਦਾ, ਸਟ੍ਰਿਪ ਟਾਈਪ ਵੀ ਹੁੰਦਾ, ਚੇਜ਼ ਬੂਸਟਰ ਹੁੰਦਾ, ਦੱਸਦਾ ਮੈਂ ਕੀ ਚੀਜ਼ ਹੁੰਦੀ ਆ। ਸੋ ਸ਼ੇਪ ਆਫ ਇਨਸਰਟਸ 'ਤੇ ਬੜਾ ਡਿਪੈਂਡ ਕਰਦਾ, ਜਿੱਦਾਂ ਥੱਲੇ ਇਹਨਾਂ ਨੇ ਇਹ ਚੀਜ਼ ਮੈਂਸ਼ਨ ਕੀਤੀ ਹੈਗੀ ਆ। ਸੋ ਤੁਸੀਂ ਦੇਖ ਰਹੇ ਹੋ ਕਿ ਇਹ 6 ਕੈਵਿਟੀ ਕੰਪੋਨੈਂਟ ਮੋਲਡ ਹੈਗਾ, ਜਿਹਦੇ ਵਿੱਚ ਸਰਕੂਲਰ ਕੋਰ ਇਨਸਰਟਸ ਜਿਹੜੇ ਆ ਲਗਾਏ ਹੋਏ ਆ ਇਹਨਾਂ ਨੇ। ਨੀਚੇ ਤੁਸੀਂ ਦੇਖੋਗੇ ਰੈਕਟੈਂਗੂਲਰ ਸ਼ੇਪ ਦੇ ਵਿੱਚ ਜਿਹੜੇ ਹੈਗੇ ਇਨਸਰਟਸ ਆ, ਸੋ ਇਹਦੇ ਵਿੱਚ ਵੀ ਇਹਨਾਂ ਨੇ ਇਨਸਰਟ ਲਗਾਏ ਹੋਏ ਆ। ਤੁਸੀਂ ਧਿਆਨ ਨਾਲ ਦੇਖ ਰਹੇ ਹੋ ਕਿ ਇਹ ਸਕਰੀਵਿੰਗ ਕੀਤੀ ਹੋਈ ਆ ਇਹਨਾਂ ਦੀ, ਨੀਚੇ ਸਕਰੀਊਜ਼ ਦੇ ਨਾਲ ਅਟੈਚ ਕੀਤੇ ਹੋਏ ਆ ਇਨਸਰਟਸ, ਕਿਹਦੇ ਨਾਲ? ਬੂਸਟਰ ਪਲੇਟ ਨਾਲ ਸਕਰੂ ਨਾਲ ਅਟੈਚ ਕੀਤੇ ਹੋਏ ਆ ਇਨਸਰਟਸ, ਓਕੇ। ਸੋ ਮੈਂ ਇੰਨਾ ਪੜ੍ਹ ਕੇ ਹੁਣ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ ਕਿ ਵੀਡੀਓ ਬਹੁਤ ਲੰਬੀ ਹੋ ਜਾਏਗੀ, ਔਰ ਮੈਂ ਤੁਹਾਨੂੰ ਮੋਟਾ ਸਮਝਾ ਦਿੱਤਾ ਕਿ ਇਨਸਰਟਸ ਜਿਹੜੇ ਹੈਗੇ ਆ ਉਹ ਅਸੀਂ ਜਿਹੜੀ ਕੋਰ ਜਾਂ ਕੈਵਿਟੀ ਪਲੇਟਸ ਹੈਗੀ ਉਹਨੂੰ ਬੂਸਟਰਸ ਨਾਲ ਫਿੱਟ ਕਰ ਦਿੰਦੇ ਹਾਂ। ਬੂਸਟਰ ਪਲੇਟਸ ਆਪਾਂ ਉਹਨੂੰ ਬੋਲਦੇ ਹਾਂ। ਸੋ ਸਕਰੀਊਇੰਗ ਅਤੇ ਡੋਵਲਿੰਗ ਮੈਂ ਟਰਮ ਯੂਜ਼ ਕੀਤੀ ਬਾਰ-ਬਾਰ। ਸਕਰੀਊਇੰਗ ਦਾ ਮਤਲਬ ਹੁੰਦਾ ਹੈ ਕਿ ਅਸੀਂ ਜਿਹੜੇ ਸਾਡਾ ਇਨਸਰਟਸ ਹੋਣਗੇ ਉਹਨਾਂ ਨੂੰ ਜਦੋਂ ਅਸੀਂ ਬੂਸਟਰ ਪਲੇਟ ਨਾਲ ਅਟੈਚ ਕਰਦੇ ਹਾਂ ਅਤੇ ਅਸੀਂ ਸੌਕਟ ਹੈਡ ਸਕਰੂਜ਼, ਅਸੀਂ ਕੋਈ ਵੀ ਸਕਰੂਜ਼ ਜਿਹੜੇ ਐਲਨ ਬੋਲਟਸ ਜਿਹੜੇ ਹੈਗੇ ਉਹਦੇ ਨਾਲ ਅਸੀਂ ਉਹਨੂੰ ਅਟੈਚ ਕਰ ਲੈਂਦੇ ਹਾਂ। ਅਤੇ ਡੋਵਲਿੰਗ ਦਾ ਮਤਲਬ ਹੁੰਦਾ ਕਿ ਜਦੋਂ ਦੋ ਪਲੇਟਸ ਦੇ ਵਿੱਚ ਅਲਾਈਨਮੈਂਟ ਦਾ ਕੰਮ ਕਰਨਾ ਹੋਵੇ, ਫਿਰ ਆਪਾਂ ਡੋਵਲ ਪਿੰਸ ਯੂਜ਼ ਕਰਦੇ ਹਾਂ। ਡੋਵਲ ਪਿੰਸ ਕੁਛ ਨਹੀਂ ਆ, ਸਿਲੰਡਰੀਕਲ ਪਿੰਸ ਹੁੰਦੀਆਂ ਨੇ ਲੰਬੀਆਂ, ਠੀਕ ਆ। ਉਹਨੂੰ ਆਪਾਂ ਫਿੱਟ ਕਰ ਦਿੰਦੇ ਹਾਂ ਦੋ ਪਲੇਟਸ ਦੇ ਵਿੱਚ, ਜਾਂ ਇੱਕ ਇਨਸਰਟ ਦੇ ਵਿੱਚ, ਇੱਕ ਬੂਸਟਰ ਪਲੇਟ ਦੇ ਵਿੱਚ, ਉਹਦੀ ਅਲਾਈਨਮੈਂਟ ਬਣੀ ਰਵੇ, ਠੀਕ ਆ। ਔਰ ਇਨਸਰਟ ਨੂੰ ਜਦੋਂ ਅਸੀਂ ਫਿੱਟ ਕਰਨਾ ਬੂਸਟਰ ਪਲੇਟ ਦੇ ਵਿੱਚ, ਉਹਦੇ ਵਿੱਚ ਇੱਕ ਚੈਨਲ ਬਣਿਆ ਹੋਏਗਾ, ਸਪੇਸ ਬਣੀ ਹੋਏਗੀ, ਸਾਡਾ ਈਜ਼ੀਲੀ ਇਨਸਰਟ ਜਿਹੜਾ ਹੈਗਾ, ਜਿੰਨੀ ਸਾਡੀ ਇਨਸਰਟ ਦੀ ਲੈਂਥ ਬ੍ਰੈਥ ਹੋਏਗੀ ਉਨੀ ਹੀ ਅਸੀਂ ਪੋਕਟ ਕੱਟੀ ਹੋਏਗੀ ਸਾਡੀ ਬੂਸਟਰ ਪਲੇਟ ਦੇ ਵਿੱਚ, ਔਰ ਈਜ਼ੀਲੀ ਉਹਦੇ ਵਿੱਚ ਜਾ ਕੇ ਫਿੱਟ ਹੋ ਜਾਊਗਾ, ਤੋਂ ਹਿੱਲੇਗਾ ਨਹੀਂ ਆਪਣੀ ਜਗ੍ਹਾ ਤੋਂ, ਠੀਕ ਆ। ਸੋ ਹੀ ਚੀਜ਼ ਨੂੰ ਦੱਸਿਆ ਕਿ ਕਿਹੜੇ ਮੈਥਡਸ ਨੇ ਇਨਸਰਟਸ ਨੂੰ ਫਿੱਟ ਕਰਨ ਵਾਸਤੇ। ਸੋ ਇਹ ਦੇਖੋ, ਤੁਸੀਂ ਦੇਖ ਰਹੇ ਹੋ ਕਿ ਸਕਰੂਇੰਗ ਕੀਤੀ ਪਈ ਆ, ਇਹ ਸਕਰੂਜ਼ ਸ਼ੋ ਕੀਤੇ ਹੋਏ ਆ। ਇਹ ਨੀਚੇ ਜਿਹੜਾ ਹੈਗਾ ਸਾਡਾ ਜਿਹੜਾ ਉੱਪਰ ਨੂੰ ਬਾਹਰ ਨੂੰ ਨਿਕਲਿਆ ਹੋਇਆ ਸਾਡਾ ਕੋਰ ਹੈਗਾ, ਨੀਚੇ ਸਾਡੀ ਬੂਸਟਰ ਪਲੇਟ ਹੈ, ਦੇਖੋ ਸਕਰੂ ਲੱਗਾ ਹੋਇਆ। ਇਹਦੇ ਵਿੱਚ ਦੇਖੋ ਤੁਸੀਂ ਸਕਰੂ ਅਟੈਚ ਕੀਤੇ ਹੋਏ, ਸੌਕਟ ਹੈਡ ਸਕਰੂ।
ਨੈਕਸਟ ਉਹਨਾਂ ਨੇ ਗੱਲ ਕੀਤੀ ਹੈ ਕਿ ਸਮ ਆਫ ਥੀਸ ਕੰਸੀਡਰੇਸ਼ਨਸ ਹੈਵ ਆਲਰੇਡੀ ਬੀਨ ਡਿਸਕਸਡ ਅੰਡਰ ਵੇਰੀਅਸ ਹੈਡਿੰਗਸ ਟੂ ਇਨੇਬਲ ਦਾ ਰੀਡਰ ਟੂ weigh them more easily when faced a particular problem. The comparison of relative advantage of each system is discussed under number. ਸੋ ਅਗਰ ਆਪਾਂ ਕੋਸਟ ਦੀ ਗੱਲ ਕਰੀਏ ਤਾਂ ਜਿਹੜੀ ਕੋਸਟ ਹੈਗੀ ਆ ਉਹ ਸਾਡੇ ਜਿਹੜੇ ਇੰਟੀਗਰ ਟਾਈਪ ਆ ਉਹਨੂੰ ਬਣਾਉਣ ਦੇ ਵਿੱਚ ਜ਼ਿਆਦਾ ਆਉਂਦੀ ਹੈ ਐਜ਼ ਕੰਪੇਅਰ ਟੂ ਇਨਸਰਟ ਟਾਈਪ 'ਚ। ਉਹਦਾ ਕਾਰਨ ਇਹ ਹੈਗਾ ਕਿ ਜਿਹੜੀ ਸਾਡੀ ਇੰਟੀਗਰ ਟਾਈਪ ਆ, ਸਪੋਜ਼ ਕਰੋ ਅਸੀਂ 4 ਇੰਪ੍ਰੈਸ਼ਨਸ ਜਾਂ 4 ਕੰਪੋਨੈਂਟਸ ਇੱਕ ਟਾਈਮ ਤੇ ਮੋਲਡ ਦੇ ਵਿੱਚ ਕ੍ਰੀਏਟ ਕਰਨੇ ਆ ਬਾਈ ਯੂਜ਼ਿੰਗ ਇੰਟੀਗਰ ਟਾਈਪ ਕੋਰ ਐਂਡ ਕੈਵਿਟੀ। ਸੋ ਜਦੋਂ ਇੰਟੀਗਰ ਟਾਈਪ ਦੇ ਵਿੱਚ ਇਹ ਹੋਏਗਾ ਕਿ ਇੱਕ ਇੰਪ੍ਰੈਸ਼ਨ ਤੋਂ ਦੂਜੀ ਇੰਪ੍ਰੈਸ਼ਨ ਦੇ ਵਿੱਚ ਜਿਹੜਾ ਡਿਸਟੈਂਸ ਮੇਨਟੇਨ ਕਰਨਾ ਤੇ ਦੂਜੀ ਇੰਪ੍ਰੈਸ਼ਨ 2 ਇੰਪ੍ਰੈਸ਼ਨਸ ਤੋਂ ਜਿਹੜੇ ਅਲੱਗ 2 ਇੰਪ੍ਰੈਸ਼ਨਸ ਹੁੰਦੇ ਆ ਉਹ ਡਿਸਟੈਂਸ ਮੇਨਟੇਨ ਕਰਨਾ, ਡਾਇਗਨਲ ਡਿਸਟੈਂਸ ਮੇਨਟੇਨ ਕਰਨਾ, ਜਾਂ ਉਹ ਐਕੂਰੇਸੀ ਲੈ ਕੇ ਆਣੀ ਬਿਲਕੁਲ ਕਿ ਜਿਹੜਾ ਸਾਡਾ ਉਹ ਪਲੇਟ ਦਾ ਇੰਪ੍ਰੈਸ਼ਨਸ ਹੈਗੇ ਆ ਜਾਂ ਕੋਰ ਸਾਰੇ ਆਪਾਂ ਇੱਕ ਪਲੇਟ ਦੇ ਵਿੱਚ ਕੋਰ ਮੈਨੂਫੈਕਚਰ ਕਰ ਲਏ ਤੇ ਉਹੀ ਸੇਮ ਐਕੂਰੇਸੀ ਜਿਹੜੀ ਹੈਗੀ ਕਿਉਂਕਿ ਉਹ ਕੋਰਸ ਨੇ ਕੈਵਿਟੀ ਦੇ ਵਿੱਚ ਜਾਣਾ ਹੈਗਾ, ਠੀਕ ਆ। ਫਿਰ ਉਹੀ ਚੀਜ਼ ਅਲੱਗ ਦੂਜੀ ਪਲੇਟ 'ਤੇ ਉਹੀ ਇੰਨੀ ਹੀ ਐਕੂਰੇਸੀ ਦੇ ਵਿੱਚ ਤਿਆਰ ਕਰਨਾ ਥੋੜ੍ਹਾ ਡਿਫੀਕਲਟ ਹੋ ਜਾਂਦਾ। ਸੋ ਜਿਹਦੇ ਕਰਕੇ ਬਾਅਦ ਦੇ ਵਿੱਚ ਕੰਪੋਨੈਂਟ ਦੇ ਵਿੱਚ ਵਾਲ ਥਿਕਨੈਸ ਦੇ ਵਿੱਚ ਵੇਰੀਏਸ਼ਨ ਆ ਸਕਦੀ ਹੈ ਕਿਉਂਕਿ ਜਦੋਂ ਇੱਕ ਦੂਸਰੇ ਦੇ ਨਾਲ ਬਿਲਕੁਲ ਅਲਾਈਨਮੈਂਟ ਦੇ ਵਿੱਚ ਨਹੀਂ ਹੋਣਗੇ ਤਾਂ ਉਹ ਵਾਲ ਥਿਕਨੈਸ 'ਤੇ ਇਫੈਕਟ ਹੋਊਗਾ, ਠੀਕ ਆ। ਕੰਪੋਨੈਂਟ ਜਦੋਂ ਅੰਦਰ ਮਟੀਰੀਅਲ ਫਿਲ ਹੋਊਗਾ, ਮਟੀਰੀਅਲ ਠੰਡਾ ਹੋਊਗਾ ਤਾਂ ਵਾਲ ਥਿਕਨੈਸ ਉਹਦੀ ਘੱਟ ਵੱਧ ਹੋ ਜਾਏਗੀ। ਕਿਤੇ ਜੇ ਇੱਕੋ ਈਵਨਲੀ 4 mm ਵਾਲ ਥਿਕਨੈਸ ਹੈ ਤਾਂ ਕਿਤੇ 2 ਰਹਿ ਜਾਏਗੀ ਤੇ ਕਿਤੇ ਵੱਧ ਹੋ ਜਾਊਗਾ, ਕਿਤੇ 4 mm ਵਾਲ ਥਿਕਨੈਸ ਹੈਗੀ ਈਵਨਲੀ ਕਿਤੇ 2 ਰਹਿ ਜਾਏਗੀ ਤੇ ਕਿਤੇ 6 ਆ ਜਾਏਗੀ। ਸੋ ਇਸ ਤਰ੍ਹਾਂ ਦੀ ਪ੍ਰੋਬਲਮ ਆ ਸਕਦੀ ਹੈ। ਸੋ ਇਹ ਚੀਜ਼ ਹੈਗੀ ਆ ਕਿ ਜਦੋਂ ਅਸੀਂ ਕੋਸਟ ਦੀ ਗੱਲ ਕਰੀਏ ਤਾਂ ਇੰਟੀਗਰ ਟਾਈਪ ਨੂੰ ਮੈਨੂਫੈਕਚਰ ਮਲਟੀ ਕੈਵਿਟੀ ਮੋਲਡ ਦੇ ਵਿੱਚ ਅਗਰ ਸਿੰਗਲ ਇੰਪ੍ਰੈਸ਼ਨ ਹੈ ਤਾਂ ਫਿਰ ਠੀਕ ਹੈ, ਸਿੰਗਲ ਇੰਪ੍ਰੈਸ਼ਨ ਦੇ ਵਿੱਚ ਸਾਨੂੰ ਕੋਸਟ ਜਿਹੜੀ ਹੈਗੀ ਉਹ ਠੀਕ ਪਏਗੀ, ਬਟ ਮਲਟੀ ਇੰਪ੍ਰੈਸ਼ਨ ਦੇ ਵਿੱਚ ਕੋਸਟ ਜਿਹੜੀ ਸਾਨੂੰ ਮਹਿੰਗੀ ਪੈ ਜਾਣੀ ਆ। ਸੋ ਇਸੇ ਤਰ੍ਹਾਂ ਅਗਰ ਆਪਾਂ ਇਨਸਰਟ ਟਾਈਪ ਕਰ ਰਹੇ ਹਾਂ ਤਾਂ ਕੋਸਟ ਸਾਨੂੰ ਘੱਟ ਪਏਗੀ, ਠੀਕ ਆ। ਨੰਬਰ ਆਫ ਇੰਪ੍ਰੈਸ਼ਨ, ਦਾ ਡਿਫੀਕਲਟੀ ਇਨ ਮਸ਼ੀਨਿੰਗ ਐਂਡ ਅਲਾਈਨਿੰਗ ਦਾ ਕੈਵਿਟੀ ਔਰ ਕੋਰ ਇਨ ਇੰਟੀਗਰ, ਮੈਂ ਉਹੀ ਜਿੰਨਾ ਮੈਂ ਤੁਹਾਨੂੰ ਦੱਸ ਰਿਹਾ ਕਿ ਇੰਟੀਗਰ type ਦੇ ਵਿੱਚ increases the number of impression the mold contains, therefore multi impression mold it should be preferable to use insert type booster plate। multi impression ਦੇ ਵਿੱਚ insert type use ਕਰੋ। multi impression mold alignment, multi impression ਦੇ ਵਿੱਚ mold ਦੀ alignment ਕਰਨੀ, the case in which the adjustment to the cavity or core positioning can be made it particular significance in making multi impression mold। for example after the ਕੰਪਲੀਟਰ ਮੋਲਡ ਇਜ਼ ਟਰਾਈਡ ਆਊਟ, ਮਤਲਬ ਜਦੋਂ ਮੋਲਡ ਬਣ ਗਿਆ ਤਾਂ ਉਹਦੇ ਟਰਾਇਲ ਕੱਢਣੇ ਆ ਕਿ ਮੋਲਡਿੰਗਸ ਕਿੱਦਾਂ ਦੀਆਂ ਆਈਆਂ। ਮੋਲਡਿੰਗ ਇਜ਼ ਐਗਜ਼ਾਮਿਨਡ, ਮੋਲਡਿੰਗ ਨੂੰ ਚੈੱਕ ਕੀਤਾ ਜਾਂਦਾ। ਸਮ ਨੋਨ ਯੂਨੀਫਾਰਮਲੀ ਇਨ ਵਾਲ ਥਿਕਨੈਸ, ਉਹੀ ਮੈਂ ਦੱਸਿਆ ਨਾ ਤੁਹਾਨੂੰ ਵਾਲ ਥਿਕਨੈਸ 'ਤੇ ਇਫੈਕਟ ਪੈਂਦਾ ਇਹਦਾ, ਮੇ ਬੀ ਡਿਟੈਕਟਡ ਇਨ ਸਰਟਨ ਮੋਲਡਿੰਗਸ ਵਾਈਲ this can usually be rectified in insert molder assembly, it is far more difficult in integer type। ਕਿ ਅਗਰ ਕੋਈ ਵਾਲ ਥਿਕਨੈਸ ਤੁਹਾਡੀ ਤੇ ਵੇਰੀਏਸ਼ਨ ਆ ਰਹੀ ਹੈ ਤੇ ਜੇ ਇਨਸਰਟ ਟਾਈਪ ਹੋਏਗਾ ਨਾ ਤੇ ਆਪਾਂ ਇਨਸਰਟਸ ਨੂੰ ਕੱਢ ਕੇ ਜੇ ਸਾਡੇ ਕੋਲ ਗਲਤ ਬਣ ਗਿਆ ਇਨਸਰਟ ਤਾਂ ਆਪਾਂ ਰਿਪਲੇਸ ਕਰ ਲਾਂਗੇ, ਬਟ ਜੇ ਇੰਟੀਗਰ ਟਾਈਪ 'ਚ ਚੀਜ਼ ਆ ਗਈ ਤੇ ਉਹਦੇ 'ਚ ਡਿਫੀਕਲਟ ਹੋ ਜਾਊਗਾ ਕਿਉਂਕਿ ਉਹ ਸਾਰੀ ਪਲੇਟ ਸਾਡੀ ਗਈ ਖਤਮ। ਮੋਲਡ ਸਾਈਜ਼, this very fact that integer mold is a whole unit whereas insert mold is assembly means that is overall size of integer mold will be smaller than a corresponding insert type mold। however ਕਹਿੰਦੇ ਜਿਹੜਾ integer type ਦਾ mold ਜਿਹੜਾ ਹੁੰਦਾ ਉਹ ਕਿਤੇ ਨਾ ਕਿਤੇ ਥੋੜਾ ਜਿਹਾ ਛੋਟਾ ਹੁੰਦਾ as compared to insert type ਦੇ, ਠੀਕ ਹੈ। however if we consider the individual impressions by confining the molding form to the insert, the difficulty in handling and machining the blocks are minimized, ਠੀਕ ਆ। ਉਹਦੇ ਵਿੱਚ ਅਸੈਂਬਲੀ ਕਿਉਂਕਿ ਹਰੇਕ ਅਲੱਗ-ਅਲੱਗ ਕੋਰ ਕੈਵਿਟੀ ਬਣੀ ਹੋਣੀ ਆ ਤੇ ਇੰਨੇ ਇਨਸਰਟਸ ਨੂੰ ਅਸੈਂਬਲ ਕਰਨਾ ਤੇ ਹੋਲਡ ਕਰਨਾ ਥੋੜਾ ਡਿਫਿਕਲਟ ਆ। ਸੋ the integer mold requires that quite heavy steel blocks are handled during the manufacturing stage। this is not only increases the difficulty of manipulation of these blocks but also increases the capital cost of the machinery used, ਠੀਕ ਹੈ। ਹੀਟ ਟਰੀਟਮੈਂਟ ਦਾ ਮਤਲਬ ਹੈ ਕਿ ਜਿਹੜੀ ਤੁਸੀਂ ਸਟੀਲ ਯੂਜ਼ ਕਰ ਰਹੇ ਹੋ ਕੋਰ ਕੈਵਿਟੀ ਨੂੰ ਬਣਾਉਣ ਵਾਸਤੇ ਇਹਦੇ ਵਿੱਚ ਇਹਦੀ ਮਾਸ ਪ੍ਰੋਡਕਸ਼ਨ ਹੋਣੀ ਆ। ਅਸੀਂ ਇਹਦੇ ਵਿੱਚ ਅਸੀਂ 20,000 30,000 50,000 ਹੈ ਨਾ ਲੱਖ ਸ਼ਾਰਟਸ ਵੀ ਕਈ ਵਾਰੀ ਆਪਾਂ ਕੰਪੋਨੈਂਟ ਕੱਢਣੇ ਹੁੰਦੇ ਆ। ਸੋ ਜਦੋਂ ਬਾਰ-ਬਾਰ ਮਟੀਰੀਅਲ ਇੰਜੈਕਟ ਹੋਣਾ ਵਿੱਚ ਬਾਰ-ਬਾਰ ਹੈ ਨਾ ਉਹ ਚੀਜ਼ ਹੋਣੀ ਤੇ ਉਹ ਕਿਤੇ ਨਾ ਕਿਤੇ ਸਾਡੀ ਸਟੀਲ ਦੇ ਇਫੈਕਟ ਪੈਂਦਾ, ਇਸ ਕਰਕੇ ਆਪਾਂ ਸਟੀਲ ਨੂੰ ਹਾਰਡ ਕਰਨਾ ਪੈਂਦਾ। ਹਾਰਡ ਕਰਨ ਵਾਸਤੇ ਸਾਡੇ ਕੋਲ ਪ੍ਰੋਸੈਸ ਹੁੰਦਾ ਹੀਟ ਟਰੀਟਮੈਂਟ, ਠੀਕ ਆ। ਹੀਟ ਟਰੀਟਮੈਂਟ ਦੇ ਵਿੱਚ ਅਸੀਂ ਹਾਰਡਨਿੰਗ ਪ੍ਰੋਸੈਸ ਯੂਜ਼ ਕਰਦੇ ਹਾਂ, ਹੈ ਨਾ। ਅਸੀਂ ਸਟੀਲ 'ਤੇ ਉੱਪਰ ਵਰਕ ਕਰਦੇ ਹਾਂ ਕਿ ਸਟੀਲ ਨੂੰ ਅਸੀਂ ਜੇ ਹਾਰਡ ਕਰਨਾ ਫਿਰ ਹਾਰਡਨਿੰਗ ਪ੍ਰੋਸੈਸਿਸ ਕਰ ਦਿੰਦੇ ਹਾਂ, ਠੀਕ ਆ।
ਜਸਟ ਸੌਫਟ ਕਰਨਾ ਤੇ ਹੀਲਿੰਗ ਪ੍ਰੋਸੈਸ ਕਰ ਦਿੰਦੇ ਆ। ਇੱਦਾਂ ਹੀ ਜੇ ਇੰਟਰਨਲ ਸਟ੍ਰੈਸਿਸ ਹੈਗੇ ਆ ਤੇ ਸਟੀਲ ਦੇ ਵਿੱਚ ਹੈ ਨਾ, ਤੇ ਉਹਦੇ ਵਿੱਚ ਆਪਾਂ ਨਾਰਮਲਾਈਜ਼ਿੰਗ ਪ੍ਰੋਸੈਸ ਯੂਜ਼ ਕਰ ਦਿੰਦੇ ਆ, ਟੈਂਪਰਿੰਗ ਪ੍ਰੋਸੈਸ ਹੁੰਦਾ, ਇਹ ਚੀਜ਼ ਦਾ ਪ੍ਰੋਸੈਸ ਹੁੰਦਾ। ਹਾਰਡਨਿੰਗ ਤੋਂ ਬਾਅਦ ਟੈਂਪਰਿੰਗ ਹੁੰਦੀ ਆ। ਸੋ ਇਹ ਚੀਜ਼ ਹੈ ਕਿ ਇਹਨੂੰ ਹਾਰਡ ਕਰਨਾ ਸਟੀਲ ਨੂੰ। ਆਪਾਂ ਕੋਈ ਵੀ ਸਟੀਲ ਨੂੰ ਜਦੋਂ ਕਈ ਵਾਰੀ ਅਸੀਂ ਗਰਮ ਕਰਕੇ ਤੇ ਆਪਾਂ ਉਹਨੂੰ ਜਦੋਂ ਠੰਡੇ ਪਾਣੀ 'ਚ ਪਾ ਦਿੰਦੇ ਆ ਤਾਂ ਉਹਨਾਂ ਸਟੀਲ ਹਾਰਡ ਹੋ ਜਾਂਦੀ, ਠੀਕ ਆ। ਸੋ ਹਾਈਟ ਟਰੀਟਮੈਂਟ ਇੱਕ ਪ੍ਰੋਸੈਸ ਹੈ, ਕਹਿ ਸਕਦੇ ਹੋ ਕਿ ਸਟੀਲ ਨੂੰ ਟਰੀਟ ਕਰਨ ਦਾ ਇੱਕ ਪ੍ਰੋਸੈਸ ਹੈ। ਇਟ ਇਜ਼ ਓਫਨ ਡਿਜ਼ਾਇਰੇਬਲ ਟੂ ਹੀਟ ਟਰੀਟ ਦੈਟ ਪਾਰਟਸ ਆਫ ਦਾ ਮੋਲਡ ਵਿਚ ਕੰਟੇਨਸ ਦਾ ਇੰਪ੍ਰੈਸ਼ਨ ਟੂ ਗਿਵ ਅ hard wear resisting surface during heat treatment the possibility exists that the steel may destroyed। ਕਹਿੰਦੀ ਹਾਈ ਟਰੀਟਮੈਂਟ ਦੇ ਵਿੱਚ ਚਾਂਸ ਨਹੀਂ ਹੁੰਦੇ ਕਿ ਸਟੀਲ ਤੁਹਾਡੀ ਟੁੱਟ ਜਾਏ। ਸੋ ਅਗਰ ਸਾਡੇ ਉਹ ਜਿਹੜੀ ਇੰਪ੍ਰੈਸ਼ਨਸ ਹੈਗੀ ਉਹ ਇਨਸਰਟ ਟਾਈਪ ਹੈਗੇ ਆ, ਤੇ ਜੇ ਇੱਕ ਦਾ ਇੰਪ੍ਰੈਸ਼ਨ ਵਿੱਚੋਂ ਟੁੱਟ ਵੀ ਜਾਂਦਾ, ਮੰਨ ਲਓ 8 ਕੈਵਿਟੀ ਹੈ, ਇੱਕ ਇੰਪ੍ਰੈਸ਼ਨ ਟੁੱਟ ਜਾਂਦਾ, ਤੁਸੀਂ ਫਿਰ ਦੁਬਾਰਾ ਬਣਾ ਕੇ ਉਹਨੂੰ ਹੀਟ ਟਰੀਟਮੈਂਟ ਕਰਕੇ ਉਹਦੇ ਵਿੱਚ ਰੱਖ ਲਓ। ਜੇ ਇੰਟੀਗਰ ਟਾਈਪ ਦੇ ਵਿੱਚ ਤੁਸੀਂ 4 ਇੰਪ੍ਰੈਸ਼ਨ ਬਣਾਏ ਹੋਏ ਆ ਜਾਂ 8 ਇੰਪ੍ਰੈਸ਼ਨ ਬਣਾਏ ਹੋਏ ਆ, ਇੰਟੀਗਰ ਟਾਈਪ ਦੇ ਵਿੱਚ ਤੁਹਾਡਾ ਇੱਕ ਵੀ ਇੰਪ੍ਰੈਸ਼ਨ ਖਰਾਬ ਹੋ ਜਾਂਦਾ ਜਾਂ ਵਿੱਚੋਂ ਕਰੈਕ ਆ ਜਾਂਦਾ ਤਾਂ ਸਾਰੀ ਪਲੇਟ ਗਈ, ਸਾਰੀ ਪਲੇਟ ਫਿਨਿਸ਼ ਆ। ਸੋ ਅਗਲੀ ਗੱਲ ਉਹੀ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਕਿ ਰਿਪਲੇਸਮੈਂਟ ਆਫ ਦਾ ਡੈਮੇਜ ਪਾਰਟ ਦਾ ਕੋਈ ਰਿਪਲੇਸਮੈਂਟ ਕਰਨਾ ਉਹ ਤੁਸੀਂ ਕਰ ਸਕਦੇ ਹੋ, ਠੀਕ ਆ। ਇਨਸਰਟ ਮੋਲਡ ਸਿਸਟਮ ਇਟ ਇਜ਼ ਰਿਪਲੇਸੇਬਲ ਟੂ ਰਿਪੇਅਰ ਦਾ ਡੈਮੇਜ ਪਾਰਟ। ਇੱਕ ਵੀ 2-3 ਪਾਰਟ ਵਿੱਚੋਂ ਟੁੱਟ ਜਾਂਦੇ ਜੋ ਪ੍ਰੋਡਕਸ਼ਨ ਦੇ ਦੌਰਾਨ ਟੁੱਟੀ ਜਾਂਦੇ, ਜਦੋਂ ਪ੍ਰੋਡਕਸ਼ਨ ਹੋਣੀ ਹੁੰਦੀ ਹੈ ਕੰਪੋਨੈਂਟ ਨਿਕਲਦੇ ਬਾਰ-ਬਾਰ, ਤਾਂ ਫਿਰ ਆਪਾਂ ਕਰਦੇ ਹਾਂ। ਸੋ ਕੂਲਿੰਗ ਸਿਸਟਮ ਜਿਹੜਾ ਹੈਗਾ ਇੰਟੀਗਰ ਟਾਈਪ ਦੇ ਵਿੱਚ ਕੂਲਿੰਗ ਸਿਸਟਮ ਠੀਕ ਹੋ ਜਾਂਦਾ, ਕਿਉਂਕਿ ਉਹਦੇ ਵਿੱਚ ਇੱਕੋ ਹੀ ਪਲੇਟ ਹੁੰਦੀ ਆ। ਮੋਲਡ ਦੇ ਵਿੱਚ ਆਪਾਂ ਠੰਡਾ ਪਾਣੀ ਜਾਂ ਠੰਡੀ ਐਂਟੀਫਰੀਜ਼ਰਸ ਆਪਾਂ ਸਰਕੂਲੇਟ ਕਰਨੇ ਹੁੰਦੇ ਆ ਕਿ ਮੋਲਡ ਸਾਡਾ ਠੰਡਾ ਰਹੇ। ਮਟੀਰੀਅਲ ਗਰਮ ਹੁੰਦਾ, ਅੰਦਰ ਜਾ ਕੇ ਉਹਨੇ ਹੀ ਹੈਲਪ ਕਰਨੀ ਹੁੰਦੀ ਆ ਮਟੀਰੀਅਲ ਨੂੰ ਸੋਲਿਡੀਫਾਈ ਹੋਣ ਦੇ ਵਿੱਚ, ਠੰਡਾ ਹੋਣ ਦੇ ਵਿੱਚ। ਸੋ ਕੂਲਿੰਗ ਸਿਸਟਮ ਜਿਹੜਾ ਹੈਗਾ ਉਹ ਜਿਹੜਾ ਹੈ ਇੰਟੀਗਰ ਦੇ ਵਿੱਚ ਬਹੁਤ ਵਧੀਆ ਲੱਗਦਾ ਐਜ਼ ਕੰਪੇਅਰ ਟੂ ਇਨਸਰਟ ਦੇ ਵਿੱਚ। ਇਨਸਰਟ ਦੇ ਵਿੱਚ ਵਾਟਰ ਲੀਕੇਜ ਦੇ ਚਾਂਸਿਸ ਬਹੁਤ ਜ਼ਿਆਦਾ ਹੁੰਦੇ, ਇੱਕ ਇਨਸਰਟ ਤੋਂ ਦੂਜੇ ਇਨਸਰਟ ਦੇ ਵਿੱਚ ਵਾਟਰ ਨੂੰ ਲੈ ਕੇ ਜਾਣਾ, ਪਾਣੀ ਨੂੰ ਲੈ ਕੇ ਜਾਣਾ, ਤੇ ਲੀਕੇਜ ਦੇ ਚਾਂਸਿਸ ਹੁੰਦੇ ਆ, ਠੀਕ ਆ। ਸੋ ਵੈਸੇ ਤਾਂ ਅਸੀਂ ਸੀਲਸ ਵਗੈਰਾ ਲਾ ਦਿੰਦੇ ਹਾਂ ਕਿ ਲੀਕੇਜ ਨਾ ਹੋਵੇ, ਬਟ ਉਹਦੇ 'ਚ ਹੁੰਦਾ। ਕਨਕਲੂਜਨ ਉਹਨਾਂ ਨੇ ਇਹ ਦੱਸਿਆ ਕਿ ਸਿੰਗਲ ਇੰਪ੍ਰੈਸ਼ਨ ਮੋਲਡ ਜੇ ਤੁਹਾਡਾ ਹੈਗਾ, ਅਗਰ ਇੱਕ ਕੰਪੋਨੈਂਟ ਤਿਆਰ ਕਰ ਰਹੇ ਹੋ ਤਾਂ ਇੰਟੀਗਰ ਟਾਈਪ ਬੈਸਟ ਹੈ, ਠੀਕ ਆ। ਬਟ ਅਗਰ ਤੁਸੀਂ ਮਲਟੀ ਕੈਵਿਟੀ ਯੂਜ਼ ਕਰ ਰਹੇ ਹੋ ਤੇ ਦੈਨ ਤੁਸੀਂ ਇਨਸਰਟ ਟਾਈਪ ਯੂਜ਼ ਕਰੋ, ਠੀਕ ਹੈ। ਦਾ ਸਿੰਗਲ unquestionably for single impression mold the integer system is to be preferred, ठीक है, irrespective of whether the component form is simple or complex form। The resulting mold will be stronger, smaller, less costly and generally incorporate a less elaborate cooling system than the insert type system। It should be borne in mind that the local inserts can be judicially used to simplify the general manufacture of the mold impression, ਠੀਕ ਹੈ। ਕਹਿੰਦੇ ਉਹਦੇ ਵਿੱਚ ਤੁਹਾਡਾ ਖਰਚਾ ਵੀ ਘੱਟ ਪਊਗਾ ਤੇ ਕੂਲਿੰਗ ਵੀ ਵਧੀਆ ਪ੍ਰੋਪਰ ਹੋਊਗੀ। ਫॉर ਮਲਟੀ ਇੰਪ੍ਰੈਸ਼ਨ ਮੋਡਸ ਦਾ ਚੋਇਸ ਇਜ਼ ਨਾਟ ਸੋ ਕਲੀਅਰ ਕੱਟ in the majority of cases the insert mold method for construction is used। the case for manufacture mold alignment resulting lower mold cost mean the overriding factor affecting the choice, ਠੀਕ ਹੈ। ਇਹ ਚੀਜ਼ ਹੈਗੀ। ਨੈਕਸਟ ਆਪਾਂ ਗੱਲ ਕਰੀਏ ਬੋਸਟਰਸ ਦੀ, ਠੀਕ ਆ। ਬੋਸਟਰ ਮੈਂ ਤੁਹਾਨੂੰ ਦੱਸਿਆ ਸੀ ਉਹ ਪਲੇਟਸ ਹੁੰਦੀਆਂ ਨੇ ਜਿਹਦੇ ਨਾਲ ਅਸੀਂ ਇਨਸਰਟਸ ਟਾਈਟ ਕਰਨੇ ਆ। ਸਾਡੇ ਕੋਲ ਮੇਨਲੀ 4-5 ਤਰ੍ਹਾਂ ਦੇ ਬੋਸਟਰਸ ਹੁੰਦੇ ਨੇ, ਜਿਹਦੇ ਵਿੱਚ ਸੋਲਿਡ ਬੋਸਟਰਸ ਤੁਸੀਂ ਦੇਖ ਰਹੇ ਹੋ। ਸੋਲਿਡ ਬੋਸਟਰ ਇਹ ਜਿਹੜਾ ਸ਼ੋਅ ਕੀਤਾ ਹੋਇਆ ਹੈ ਸੋਲਿਡ ਬੋਸਟਰ ਹੈਗਾ। ਸੋ ਇਹ ਇਹਨਾਂ ਦੇ ਸੋਲਿਡ ਬੋਸਟਰ ਦੇ 3 ਤਰ੍ਹਾਂ ਦੇ ਡਿਜ਼ਾਈਨ ਸ਼ੋਅ ਕੀਤੇ ਹੋਏ ਆ। ਬਾਅਦ ਦੇ ਵਿੱਚ ਇਹਨਾਂ ਨੇ ਸਟ੍ਰਿਪ ਟਾਈਪ ਬੋਸਟਰ ਸ਼ੋਅ ਕੀਤਾ ਹੋਇਆ, ਜਿਹੜਾ ਕਿ ਫਿਗਰ 2.18 ਦੇ ਵਿੱਚ ਦੇਖ ਰਹੇ ਹੋ। ਇਹ 'ਚ ਸ਼ੋਅ ਕੀਤਾ ਸਟ੍ਰਿਪ ਇਨਸਰਟ ਸੈਂਟਰ 'ਚ ਫਿੱਟ ਹੋ ਜਾਂਦਾ, ਉੱਧਰ ਵੀ ਸਟ੍ਰਿਪ ਲੱਗ ਜਾਂਦੀ, ਉੱਧਰ ਵੀ ਸਟ੍ਰਿਪ ਲੱਗ ਜਾਂਦੀ ਆ। ਥੋੜ੍ਹਾ ਸੋਲਿਡ ਹੁੰਦਾ ਇਹਦੇ ਨਾਲੋਂ, ਠੀਕ ਆ। ਸੋ ਇੱਕ ਉਸ ਤੋਂ ਬਾਅਦ ਜਿਹੜਾ ਆ ਗਿਆ ਬੀ ਵਾਲਾ ਉਹ ਫਰੇਮ ਟਾਈਪ, ਉਹਦਾ ਦੇਖੋ ਕਿ ਬਾਰ-ਬਾਰ ਫਰੇਮ ਬਣਿਆ ਹੋਇਆ ਸਾਡਾ ਇਨਸਰਟਸ ਵਿੱਚ, ਤੇ ਬਾਰ-ਬਾਰ ਫਰੇਮ ਲੱਗ ਜਾਂਦਾ। ਫਿਰ ਇਹ ਸਾਰਾ ਸੈੱਟ ਜਿਹੜਾ ਅਟੈਚ ਹੋ ਜਾਂਦਾ ਉੱਪਰ ਵਾਲੀ ਪਲੇਟ ਦੇ ਨਾਲ, ਸਕਰੂ ਡੌਗਲਿੰਗ ਹੋ ਜਾਂਦੀ ਆ। ਉਸ ਤੋਂ ਬਾਅਦ ਤੁਸੀਂ ਦੇਖੋਗੇ ਫਰੇਮ ਰਾਊਂਡ ਕੰਪੋਨੈਂਟਸ ਵਾਸਤੇ ਸੀ ਪੁਆਇੰਟ 'ਤੇ ਸ਼ੋਅ ਕੀਤਾ ਹੋਇਆ, ਜਿਹੜਾ ਡੀ 'ਤੇ ਸ਼ੋਅ ਕੀਤਾ ਹੋਇਆ ਜਾਂਦਾ ਓਪਨ ਚੈਨਲ ਟਾਈਪ, ਠੀਕ ਆ। ਔਰ ਓਪਨ ਚੈਨਲ ਟਾਈਪ ਜਿਹੜਾ ਹੈਗਾ, ਜਸਟ ਅ ਮਿੰਟ, ਸੌਰੀ ਚੇਜ਼ ਬੋਸਟਰ ਹੈ, ਦਿਸ ਇਜ਼ ਚੇਜ਼ ਬੋਸਟਰ। ਓਪਨ ਟਾਈਪ ਹੈ ਚੇਜ਼ ਬੋਸਟਰ, ਅਤੇ ਇਨਕਲੋਜ਼ ਟਾਈਪ ਚੇਜ਼ ਬੋਸਟਰ ਜਿਹੜਾ ਹੈਗਾ ਈ ਨੰਬਰ 'ਤੇ ਸ਼ੋਅ ਕੀਤਾ, ਅਤੇ ਦੈਨ ਐਫ ਨੰਬਰ 'ਤੇ ਜਿਹੜਾ ਹੈ ਉਹ ਸਿੰਪਲ ਸੋਲਿਡ ਬੋਸਟਰ ਸ਼ੋਅ ਕੀਤਾ। ਜਿਹੜਾ ਡੀ ਔਰ ਈ ਹੈ ਨਾ, ਇਹ ਸਾਡੇ ਜਿਹੜੇ ਚੇਜ਼ ਬੋਸਟਰਸ ਯੂਜ਼ ਕੀਤੇ ਜਾਂਦੇ ਨੇ ਜਦੋਂ ਸਾਡੇ ਕੰਪੋਨੈਂਟਸ ਦੇ ਵਿੱਚ ਅੰਡਰਕਟਸ ਹੋਣ। ਅੰਡਰਕਟ ਕੰਪੋਨੈਂਟ ਉਹ ਕੰਪੋਨੈਂਟ ਹੁੰਦੇ ਨੇ ਜਿਹੜੇ ਬੜੀ ਕੰਪਲੀਕੇਟਡ ਜੀ ਪ੍ਰੋਫਾਈਲ ਦੇ ਕੰਪੋਨੈਂਟਸ ਹੋਣ, ਔਰ ਜਿਨ੍ਹਾਂ ਨੂੰ ਇਜੈਕਟ ਕਰਨ ਦੇ ਵਿੱਚ ਰਿਸਟ੍ਰਿਕਸ਼ਨ ਆਉਂਦੀ ਹੋਵੇ ਕਿ ਉਹ ਈਜ਼ੀਲੀ ਮੋਲਡ ਦੇ ਵਿੱਚੋਂ ਨਹੀਂ ਆਉਂਦੇ। ਉਹਨਾਂ ਦੀ ਇਹੋ ਜਿਹੀਆਂ ਪ੍ਰੋਜੈਕਸ਼ਨਾਂ, ਉਹਨਾਂ ਇਹੋ ਜਿਹੇ ਚੀਜ਼ਾਂ ਕੰਪੋਨੈਂਟਸ ਦੇ ਆਲੇ ਦੁਆਲੇ ਲੱਗੀਆਂ ਹੁੰਦੀਆਂ ਨੇ ਜਿਹੜੇ ਕਿ ਉਹਨੂੰ ਬਾਹਰ ਨਿਕਲਣ ਤੋਂ ਰੋਕਦੇ ਨੇ, ਠੀਕ ਹੈ।
ਸੋ ਜੇ ਅਸੀਂ ਸਿੰਪਲ 2 ਪਲੇਟ ਇੰਜੈਕਸ਼ਨ ਮੋਲਡ ਦੀ ਗੱਲ ਕਰੀਏ ਤਾਂ ਅਸੀਂ ਉਹਦੇ ਵਿੱਚ ਸੋਲਿਡ ਬੂਸਟਰ, ਠੀਕ ਆ, ਸਟ੍ਰਿਪ ਟਾਈਪ ਤੇ ਫਰੇਮ ਟਾਈਪ ਆਪਾਂ ਯੂਜ਼ ਕਰਦੇ ਹਾਂ, ਤੇ ਇੱਕ ਆਪਾਂ ਬੂਸਟਰ ਪਲੇਟ। ਬਟ ਜਿਹੜਾ 4th ਨੰਬਰ ਵਾਲਾ ਜਿਹੜਾ ਹੈਗਾ ਚੇਜ ਬੂਸਟਰ, ਉਹ ਆਪਾਂ ਸਿੰਪਲ ਇੰਪਰੈਸ਼ਨ 2 ਪਲੇਟ ਇੰਪਰੈਸ਼ਨ ਦੇ ਵਿੱਚ ਜਾਂ ਸਿੰਪਲ ਕੰਪੋਨੈਂਟਸ ਦੇ ਵਿੱਚ ਆਪਾਂ ਨਹੀਂ ਯੂਜ਼ ਕਰਦੇ ਹੈਗੇ, ਠੀਕ ਆ। ਸੋਲਿਡ ਬੂਸਟਰ ਇਜ਼ ਮੇਡ ਬਾਈ ਸਕੁਅਰਿੰਗ ਅਪ ਦਾ ਬਲੋਕ ਆਫ ਸੂਟੇਬਲ ਸਟੀਲ। ਇੱਕ ਸਟੀਲ ਦੀ ਪਲੇਟ ਨੂੰ ਆਪਾਂ ਅਗਰ ਸਕੁਅਰ ਕਰਕੇ ਆਪਾਂ ਉਹਦੇ ਵਿੱਚ ਪੋਕਟ ਕੱਟ ਦਈਏ ਤਾਂ ਪੋਕਟ ਦੇ ਵਿੱਚ ਬਾਅਦ 'ਚ ਇਨਸਰਟ ਲਿਆ ਕੇ ਫਿੱਟ ਕਰ ਦਈਏ, ਉਹਨੂੰ ਆਪਾਂ ਸੋਲਿਡ ਬੂਸਟਰ ਕਹਾਂਗੇ। ਮੈਂ ਇੰਨੀ ਡਿਟੇਲ 'ਚ ਨਹੀਂ ਜਾਂਦਾ, ਬਟ ਮੈਂ ਸਿੰਪਲ ਦੱਸਦਾ ਹੈਗਾ। ਇਹ ਮਿਲਿੰਗ ਦਾ ਕਟਰ ਹੈਗਾ, ਮਿਲਿੰਗ ਮਸ਼ੀਨ ਹੁੰਦੀ ਉਹਦਾ ਕਟਰ ਹੈ, ਉਹ ਪੋਕਟ ਕੱਟ ਰਿਹਾ, ਲੋਹੇ ਦੀ ਸਟੀਲ ਦੀ ਪਲੇਟ ਦੇ ਵਿੱਚ ਪੋਕਟ ਕੱਟ ਰਿਹਾ। ਐਂਡ ਮਿਲ ਕਟਰ ਨੂੰ ਬੋਲਿਆ ਗਿਆ। ਐਂਡ ਮਿਲ ਕਟਰ ਇਸ ਤਰ੍ਹਾਂ ਦਾ ਹੁੰਦਾ ਸਿਲੰਡਰੀਕਲ ਫਾਰਮ ਦੇ ਵਿੱਚ। ਸੋ ਕਾਰਨਰ ਵੇਖੋਗੇ ਤੁਸੀਂ ਰਾਊਂਡ ਕਰ ਰਿਹਾ ਹੈ ਨਾ, ਫਿਲਟ ਲੱਗਾ ਹੋਇਆ। ਕਾਰਨਰਸ ਨੂੰ ਸ਼ਾਰਪ ਨਹੀਂ ਰੱਖਣਾ, ਰਾਊਂਡ 'ਤੇ ਰੱਖਣਾ ਹੈਗਾ। ਤੇ ਇਸ ਤਰ੍ਹਾਂ ਦੀ ਪੋਕਟ ਕੱਟ ਰਿਹਾ, ਰਾਊਂਡ ਵੀ ਕੱਟ ਸਕਦਾ, ਸਕੁਅਰ ਵੀ ਕੱਟ ਸਕਦਾ, ਜਿੱਦਾਂ ਦੀ ਸਾਨੂੰ ਚਾਹੀਦੀ ਹੋਵੇ। ਸੋਲਿਡ ਬੂਸਟਰ ਮੀਨਸ ਇਨਸਰਟ ਲੈਣਾ, ਜਿਹੜੀ ਪੋਕਟ ਕੱਟ ਰਿਹਾ ਇਸ ਤਰ੍ਹਾਂ ਦਾ ਹੀ ਸਾਡਾ ਜਿਹੜਾ ਇਨਸਰਟ ਦਾ ਹੈੱਡ ਹੋਏਗਾ ਉਹ ਇਸ ਪੋਕਟ 'ਚ ਫਿੱਟ ਹੋਏ ਨਾ, ਫਿਰ ਉਹਦੀ ਸਕਰੀਨ ਡਾਬਲਿੰਗ ਹੋ ਜਾਣੀ ਹੈ, ਠੀਕ ਹੈ। ਫਿਰ ਉਸ ਤੋਂ ਬਾਅਦ ਨੈਕਸਟ ਜਿਹੜਾ ਹੈਗਾ ਸਟ੍ਰਿਪ ਟਾਈਪ। ਇਹ ਥੋੜ੍ਹਾ ਜਿਹਾ ਉਹਦੇ ਤੋਂ ਸਟਰੋਂਗ ਹੁੰਦਾ, ਕਿਉਂਕਿ ਇਹਦੇ ਸੈਂਟਰ ਦੇ ਵਿੱਚ ਇੱਕ ਸਾਈਡ ਨੇ ਸਟ੍ਰਿਪ ਲੱਗ ਜਾਣਾ, ਦੂਜੀ ਸਾਈਡ ਨੇ ਵੀ ਸਟ੍ਰਿਪ ਲੱਗ ਜਾਣਾ, ਅਤੇ ਸੈਂਟਰ ਦੇ ਵਿੱਚ ਜਿਹੜੀ ਸਟ੍ਰਿਪ ਦੇ ਨਾ ਪ੍ਰੋਜੈਕਸ਼ਨ ਹੋਏਗੀ। ਤੁਸੀਂ ਦੇਖੋਗੇ ਸਟ੍ਰਿਪ ਦੀ ਨਾ ਪ੍ਰੋਜੈਕਸ਼ਨ ਹੈ, ਤੁਸੀਂ ਇੱਥੇ ਪ੍ਰੋਜੈਕਸ਼ਨ ਜੀ ਸ਼ੋਅ ਕਰ ਰਿਹਾ, ਦੇਖ ਰਹੇ ਹੋ ਨਾ। ਇਹ ਜਿਹੜੀ ਪ੍ਰੋਜੈਕਸ਼ਨ ਹੈਗੀ ਹੈ, ਇਹ ਇਨਸਰਟ ਦੇ ਵਿੱਚ ਵੀ ਸਾਡੀ ਪ੍ਰੋਜੈਕਸ਼ਨ ਹੋਏਗੀ। ਸੋ ਇਹ ਇੱਕ ਪ੍ਰੋਜੈਕਸ਼ਨ ਜਿਹੜੀ ਹੈਗੀ ਹੈ, ਇਹ ਜ਼ਿਆਦਾ ਸਟਰੈਂਥ ਦੇ ਦਿੰਦੀ ਆ, ਓਕੇ। ਬੜੀ ਐਕੂਰੇਟ ਤਰੀਕੇ ਨਾਲ ਇਨਸਰਟ ਨੂੰ ਫੜ ਕੇ ਰੱਖਦੀ ਆ, ਮਾੜੀ ਮੋਟੇ ਵੀ ਇਹਦੇ ਵਿੱਚ ਹਿੱਲਣ ਹੋਣ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ। ਸੋ ਦਿਸ ਇਜ਼ ਦਾ ਆਲਟਰਨੇਟ ਮੈਥਡ ਇਜ਼ ਮੇਕਿੰਗ ਬੂਸਟਰ rectangular inserts and it overcomes some of the disadvantages listed in the solid booster. The pocket is made by machining a solid completely through the booster block. Steel strips are then fitted in either end of the slot. ਦੋਵਾਂ ਦੇ ਪਾਸੇ ਇੱਕ ਸਟੀਲ ਦੀਆਂ ਸਟ੍ਰਿਪਸ ਲੱਗਦੀਆਂ ਨੇ, come in frame of the 2.18 to prevent the strips from moving under possible side thrust. ਸਾਈਡ ਤੋਂ ਜਿਹੜਾ ਪ੍ਰੈਸ਼ਰ ਪੈ ਰਿਹਾ ਉਹ ਤੋਂ ਉਹਨੂੰ ਕਰਨ ਵਾਸਤੇ ਪ੍ਰੋਜੈਕਸ਼ਨ extend from the underside of the strip and is fit into the mating recess in the booster plate. ਜਿਹੜਾ ਸਾਡਾ ਇਨਸਰਟਸ ਹੋਏਗਾ ਉਹਦੇ ਵਿੱਚ ਵੀ ਇਹ ਚੀਜ਼ ਹੋਏਗੀ, ਉਹ ਸਾਈਡ ਤੋਂ ਜਿਹੜੀਆਂ ਸਟ੍ਰਿਪਸ ਆ ਰਹੀਆਂ ਉਹਨਾਂ ਦੀਆਂ ਪ੍ਰੋਜੈਕਸ਼ਨ ਉਹਦੇ ਵਿੱਚ ਐਂਟਰ ਕਰ ਜਾਣਗੀਆਂ ਅਤੇ ਸਾਡਾ ਇਨਸਰਟ ਨਹੀਂ ਹਿੱਲ ਸਕਦਾ। ਐਡਵਾਂਟੇਜ ਆਫ ਦਿਸ ਮੈਥਡ ਇਜ਼ ਦੈਟ ਬੋਥ ਦ ਸਾਈਡਸ ਐਂਡ ਦ base of the pocket can be ground as also inner edge of the strips, ਠੀਕ ਆ। ਤੀਜਾ ਆ ਜਾਂਦਾ ਫਰੇਮ ਟਾਈਪਸ। ਫਰੇਮ ਟਾਈਪਸ ਦੇ ਵਿੱਚ ਵੀ ਸਾਡਾ ਕਾਫੀ ਇੱਦਾਂ ਦਾ ਸਿਮਿਲਰ ਹੁੰਦਾ। ਉਹਦੇ ਇੱਕ 2 ਪਲੇਟਸ ਤੋਂ ਬਣਿਆ ਹੁੰਦਾ, ਠੀਕ ਹੈ। ਇੱਕ ਫਰੇਮ ਹੋਏਗਾ, ਉਹਦੇ ਪਿੱਛੇ ਇੱਕ ਪਲੇਟ ਹੋਏਗੀ। ਬਹੁਤ ਜ਼ਿਆਦਾ ਸਟਰੈਂਥ, ਜੇ ਇਸ ਤੋਂ ਵੀ ਜ਼ਿਆਦਾ ਸਾਨੂੰ ਸਟਰੈਂਥ ਚਾਹੀਦੀ ਹੋਵੇ ਇਨਸਰਟਸ ਨੂੰ ਫਿੱਟ ਕਰਨ ਵਾਸਤੇ, ਸਾਨੂੰ ਬਿਲਕੁਲ ਕੋਈ ਗੁੰਜਾਇਸ਼ ਨਾ ਹੋਵੇ ਕਿ ਸਾਡਾ ਇਨਸਰਟ ਇੱਧਰ ਉੱਧਰ ਜਾ ਰਿਹਾ, ਅਤੇ ਤਾਂ ਆਪਾਂ ਯੂਜ਼ ਕਰਦੇ ਹਾਂ। ਬੂਸਟਰ consist of 2 parts, namely frame and the backing plate. ਇਹਦੇ ਵਿੱਚ ਇੱਕ backing plate ਹੈ। The frame is made by machining an aperture of required shape completely through the booster plate is the use of both the rectangular and circular shapes ਦਾ ਅਸੀਂ ਬਣਾ ਸਕਦੇ ਹਾਂ। Bottom of the insert is posed by backing plate screwed to the frame with a number of socket head screws. Socket head screws ਦਾ ਮਤਲਬ ਸਕਰੂ ਦੀ ਸ਼ੇਪ ਹੁੰਦੀ ਹੈ, ਜਿਹਨਾਂ ਦੀ ਉੱਪਰੋਂ ਜਿਹੜੀ ਸ਼ੇਪ ਹੁੰਦੀ ਹੈ ਉਹ socket head screws ਨੂੰ ਕਿਹਾ ਗਿਆ ਹੈ ਨਾ। The inserts themselves may be screwed either on the same manner by screws through the backing plate or alternately by using of flange inserts. In the later case recess is machined, ਠੀਕ ਆ। ਚੇਜ ਬੂਸਟਰ ਜਿਹੜਾ ਹੁੰਦਾ when splits are to be incorporated, ਮੈਂ ਦੱਸਿਆ ਕਿ ਸਪਲਿਟਸ, ਇਹਦੇ ਵਿੱਚ ਅਸੀਂ ਜਦੋਂ ਸਪਲਿਟ ਕੈਵਿਟੀ ਆਪਾਂ ਯੂਜ਼ ਕਰਦੇ ਹਾਂ ਨਾ, ਜਦੋਂ ਜਿਹੜੀ ਹੁਣ ਸਕੋਰ ਦੇ ਕੈਵਿਟੀ ਇਹਦੇ ਸੋਲਿਡ ਹੈਗੀਆਂ ਨੇ, ਕਈ ਵਾਰੀ ਸਾਨੂੰ ਅੰਡਰਕਟ ਕੰਪੋਨੈਂਟਸ ਦੇ ਵਿੱਚ ਕੈਵਿਟੀ ਨੂੰ ਸੈਂਟਰ 'ਚੋਂ ਸਪਲਿਟ ਕਰਨਾ ਪੈਂਦਾ, ਕੱਟਣਾ ਪੈਂਦਾ, ਅਤੇ ਅਲੱਗ-ਅਲੱਗ ਪਾਰਟ ਰੱਖਣੇ ਪੈਂਦੇ। ਉਹ ਜਦੋਂ ਸਾਨੂੰ ਪਾਰਟ ਅਸੀਂ ਮੈਨੂਫੈਕਚਰ ਕਰਦੇ ਉਹਦੇ ਵਾਸਤੇ ਸਾਨੂੰ ਚੇਜ ਬੂਸਟਰ ਯੂਜ਼ ਕੀਤਾ ਜਾਂਦਾ, ਠੀਕ ਆ। ਸੋ ਇਹੀ ਹੈ ਇਨਕਲੋਜ਼ ਚੇਜ ਬੂਸਟਰ ਅਤੇ ਓਪਨ ਚੇਜ ਬੂਸਟਰ ਸੀ। ਅਤੇ ਇੱਕ ਬੂਸਟਰ ਪਲੇਟ ਆਪਾਂ ਸਿੰਪਲ ਬੂਸਟਰ ਪਲੇਟ ਹੁੰਦੀ ਆ। ਇਨਸਰਟ ਕੈਨ ਬੀ ਮੋਲਡਡ ਡਾਇਰੈਕਟਲੀ ਟੂ ਦਾ ਪਲੇਨ ਬੂਸਟਰ ਪਲੇਟ। ਜਦੋਂ ਆਪਾਂ ਸਿੰਪਲ ਜੀ ਸਾਡੀ ਸ਼ੇਪ ਹੋਏ ਕਿਸੇ ਦੀ, ਸਾਨੂੰ ਜ਼ਿਆਦਾ ਇਹੋ ਜਿਹਾ ਸਾਨੂੰ ਨਹੀਂ ਹੈਗਾ ਕਿ ਸਾਨੂੰ ਸਾਈਡਾਂ ਤੋਂ ਕੁਛ ਜ਼ਿਆਦਾ ਸਪੋਰਟ ਚਾਹੀਦਾ, ਅਤੇ ਫਿਰ ਆਪਾਂ ਇਨਸਰਟ ਯੂਜ਼ ਕਰ ਦਿੰਦੇ ਹਾਂ, ਠੀਕ ਹੈ। ਓਕੇ, ਚਲੋ ਠੀਕ ਹੈ ਸਟੂਡੈਂਟਸ, ਹੁਣ ਆਪਾਂ ਨੈਕਸਟ ਦੇ ਵਿੱਚ ਦੇਖਾਂਗੇ ਤੁਹਾਡਾ ਕਿਹੜਾ ਟੌਪਿਕ ਹੈਗਾ, ਅਤੇ ਫਿਰ ਆਪਾਂ ਉਹ ਡਿਸਕਸ ਕਰਾਂਗੇ। ਥੈਂਕ ਯੂ।